एक घेरड़ अब अवगत पावे। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਘੇਰੜ ਜਿਹੜਾ ਗਏ ਇਹ ਹੁਣ ਬਹੁਤ ਜ਼ਿਆਦੀ ਦੁਰਦਸ਼ਾ ਨੂੰ ਪ੍ਰਾਪਤ ਕਰੇਗਾ। ਵੈਸੇ ਅਵਗਤ ਦਾ ਅਰਥ ਹੁੰਦਾ ਕਿ ਜਿਹਦੀ ਗਤੀ ਨਾ ਹੋਵੇ। ਇਸ ਕਰਕੇ ਆਪਾਂ ਕਈ ਵਾਰੀ ਕਹਿੰਦੇ ਅਵਗਤ ਰੂਹ, ਉਹ ਰੂਹ ਜਿਸ ਦੀ ਗਤੀ ਨਹੀਂ ਹੋਈ, ਨਾ ਤੇ ਕਿਸੇ ਅੱਗੇ ਜਨਮ ਵਿੱਚ ਗਈ ਗਏ, ਨਾ ਮੁਕਤ ਹੋਈ ਗਏ, ਹੁਣ ਭਟਕਦੀ ਫਿਰਦੀ ਗਏ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਇਹ ਘੇਰੜ, ਇਹਦਾ ਪੂਰਾ ਨਾਂ ਸੀ ਭਗਵਾਨ ਦਾਸ ਘੇਰੜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਕੇ ਸਿੱਖੋ ਇਹ ਅਵਗਤ ਨੂੰ ਹੁਣ ਪ੍ਰਾਪਤ ਕਰੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦੀ ਬਹੁਤ ਜ਼ਿਆਦੀ ਭੈੜੀ ਦੁਰਦਸ਼ਾ ਹੋ ਜਾਵੇਗੀ ਜੀ। ਚੰਦੂ ਕੇ ਨਰਕ ਸਿਧਾਵੇਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਦੀਵਾਨ ਚੰਦੂ ਲਾਲ ਗਿਆ ਸੀ ਨਾ ਨਰਕਾਂ ਨੂੰ, ਜਿੰਦੇ ਹੁਕਮ ਦੇ ਨਾਲ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੀਸ ਵਿੱਚ ਰੇਤ ਪਾਈ ਗਈ, ਜਿੰਦੀਆਂ ਅੱਖਾਂ ਦੇ ਸਾਹਮਣੇ ਪੰਚਮ ਪਾਤਸ਼ਾਹ ਜੀ ਨੂੰ ਤੱਤੀ ਲੋਹ ਤੇ ਬਿਠਾਇਆ ਗਿਆ ਦੀਵਾਨ ਚੰਦੂ ਲਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਦੀਵਾਨ ਚੰਦੂ ਲਾਲ ਦੇ ਵਾਂਗ ਇਹ ਬੰਦਾ ਨਰਕਾਂ ਨੂੰ ਜਾਏਗਾ। ਉਸ ਦੀਵਾਨ ਚੰਦੂ ਦੇ ਵਾਂਗ ਇਸ ਬੰਦੇ ਦਾ ਟਿਕਾਣਾ ਵੀ ਨਰਕਾਂ ਵਿੱਚ ਕੀ ਹੋਵੇਗਾ ਜੀ। ਨਹੀਂ ਦੀਖਤ ਮਰ ਰਹੇ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੀਜਾ ਬਚਨ ਆਖਿਆ ਉਹ ਇਹ ਗੁਣ ਸਾਡੇ ਅੱਖਾਂ ਦੇ ਵੇਖਦਿਆਂ ਵੇਖਦਿਆਂ ਮਰ ਜਾਏਗਾ, ਇਹਦੇ ਜੀਵਨ ਦਾ ਅੰਤ ਹੋਏਗਾ। ਇਹਨੂੰ ਸ਼ਰਾਪ ਵਾਲੇ ਪਾਸੇ ਨਹੀਂ ਖੜਨਾ, ਕਿਉਂਕਿ ਗੁਰੂ ਕਦੇ ਕਿਸੇ ਨੂੰ ਸ਼ਰਾਪ ਨਹੀਂ ਦਿੰਦਾ। ਗੁਰੂ ਮਹਾਨ ਗਏ। ਇਸ ਕਰਕੇ ਸੰਗਤ ਜੀ ਇਹ ਗੱਲ ਯਾਦ ਰੱਖਣਾ, ਗੁਰੂ ਨੂੰ ਭਵਿੱਖ ਵਾਲੇ ਸਮੇਂ ਦਾ ਵੈਸੇ ਪਤਾ ਹੀ ਹੁੰਦਾ ਹੈ, ਉਹਨੂੰ ਪਤਾ ਹੁੰਦਾ ਕੀ ਹੋਣਾ ਹੈ। ਸ਼ਰਾਪ ਹਮੇਸ਼ਾ ਕ੍ਰੋਧ ਵਿੱਚੋਂ ਨਿਕਲਦਾ ਹੈ, ਤੇ ਸ਼ਰਾਪ ਪਤਾ ਇਸ ਕਰਕੇ ਦਿੱਤਾ ਜਾਂਦਾ ਜਿਹੜਾ ਇੱਦਾਂ ਸਮਝ ਲਓ ਕਿ ਉਹਨੂੰ ਉਹਦੇ ਭਵਿੱਖ ਦਾ ਨਹੀਂ ਪਤਾ ਹੁੰਦਾ। ਮੈਨੂੰ ਤੁਹਾਡੇ ਭਵਿੱਖ ਦਾ ਨਹੀਂ ਪਤਾ ਤੇ ਮੈਂ ਕੋਈ ਸ਼ਰਾਪ ਦਿਆਂ, ਉਹਨੂੰ ਸ਼ਰਾਪ ਕਿਹਾ ਜਾਂਦਾ ਹੈ। ਪਰ ਗੁਰੂ ਨੂੰ ਤੇ ਵੈਸੇ ਹੀ ਪਤਾ ਸੀ ਵੀ ਇਹਨੇ ਇੰਨੇ ਦਿਨਾਂ ਦੇ ਬਾਅਦ ਇੱਦਾਂ ਖਤਮ ਹੋ ਜਾਣਾ, ਉਹ ਤੇ ਸ਼ਰਾਪ ਦੀ ਲੋੜ ਹੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਭਾਵਕ ਰਸਨਾ 'ਚੋਂ ਬਚਨ ਆਖਿਆ, ਕਹਿਣ ਲੱਗੇ ਕੁਝ ਦਿਨਾਂ ਦੇ ਬਾਅਦ ਇਹਦੇ ਪ੍ਰਾਣਾਂ ਦਾ ਅੰਤ ਹੋ ਜਾਏਗਾ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਕਿਸੇ ਪ੍ਰਕਾਰ ਵੀ ਜਿੰਦਾ ਨਹੀਂ ਰਹੇਗਾ ਜੀ। ਆਜ ਕਾਲ ਮੈਂ ਮਿਰਤ ਕੋ ਲਹੇ। ਤੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਗੁਰਸਿੱਖੋ ਹੁਣ ਬਹੁਤਾ ਸਮਾਂ ਵੀ ਨਹੀਂ ਲੱਗਣਾ। ਭਗਵਾਨ ਦਾਸ ਘੇਰੜ ਅੱਜ ਕੱਲ੍ਹ ਦਾ ਹੀ ਪਰਾਉਣਾ ਹੈ। ਮਹਾਰਾਜ ਸਾਹਿਬ ਨੇ ਆਖਿਆ ਇਹ ਅੱਜ ਕੱਲ੍ਹ ਦਾ ਪਰਾਉਣਾ ਕਿ ਅੱਜ ਕੱਲ੍ਹ ਜਾਣੀ ਕਿ 1-2 ਦਿਨਾਂ ਦੇ ਵਿੱਚ ਇਸ ਬੰਦੇ ਦੇ ਸਰੀਰ ਦੇ ਅੰਦਰੋਂ ਪ੍ਰਾਣ ਪੰਖੇਰੂ ਜਿਹੜੇ ਨੇ ਉਹ ਉਡਾਰੀ ਮਾਰ ਜਾਣਗੇ ਜੀ। ਮੌਨ ਕਰੀ ਜਗਨਾਥ। ਸਾਰੀ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਆਪਣੀ ਰਸਨਾ 'ਚ ਵਾਕੀ ਤੇ ਫਿਰ ਖਾਮੋਸ਼ ਹੋ ਗਏ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਐਨ ਚੁੱਪ ਹੋ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਅੱਗੇ ਬਚਨ ਨਹੀਂ ਕਰਨਾ ਕੀਤਾ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਇੱਦਾਂ ਰੁੱਝ ਗਏ ਵੀ ਜਿਵੇਂ ਸੱਚੇ ਪਾਤਸ਼ਾਹ ਭਗਵਾਨ ਦਾਸ ਨੂੰ ਜਾਣਦੇ ਹੀ ਨਾ ਹੋਣ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਦਾਂ ਕਾਰਜ ਕਰਨ ਲੱਗ ਪਏ ਵੀ ਜਿਵੇਂ ਭਗਵਾਨ ਦਾਸ ਗੁਰੂ ਸਾਹਿਬ ਦੇ ਕੋਲ ਆਏ ਹੀ ਨਾ ਹੋਵੇ। ਕਿਉਂਕਿ ਗੁਰੂ ਸਾਹਿਬ ਜਿਹੜੇ ਨੇ ਉਹ ਨਾ ਤੇ ਆਪਣੇ ਦਿਮਾਗ ਵਿੱਚ ਕਿਸੇ ਗੱਲ ਨੂੰ ਰੱਖਦੇ, ਚਿੰਤਾ ਨਹੀਂ। ਅਸੀਂ ਇਸ ਕਰਕੇ ਬਹੁਤ ਦੁਖੀ ਹੁੰਦੇ ਹਾਂ ਵੀ ਜਿਹੜੀ ਗੱਲ ਇੱਕ ਵਾਰੀ ਹੋ ਗਈ ਉਹਨੂੰ ਵਾਰ-ਵਾਰ ਆਪਣੇ ਅੰਦਰ ਹੀ ਅੰਦਰ ਰਿਪੀਟ ਕਰਦੇ ਰਹੇ ਨੇ, ਚੇਤਾ ਨਹੀਂ ਭੁਲਾਉਂਦੇ। ਇਸ ਕਰਕੇ ਚਿੰਤਾ ਜਿਹੜੀ ਕਿ ਇਹਨੂੰ ਆਖਿਆ ਗਿਆ ਕਿ ਇਹ ਵੀ ਇੱਕ ਚਿਖਾਈ ਆ। ਬਸ ਚਿਖਾ ਬੰਦੇ ਨੂੰ ਇੱਕੋ ਵਾਰ ਤੇ ਕੁਝ ਸਮੇਂ 'ਚ ਘੰਟਿਆਂ 'ਚ ਸਾੜ ਕੇ ਸਵਾਹ ਕਰ ਦਿੰਦੀ ਕਿ ਚਿੰਤਾ ਵੀ ਇੱਕ ਚਿਖਾ, ਪਰ ਬੰਦੇ ਨੂੰ ਸਹਿਜੇ ਸਹਿਜੇ ਅੰਦਰੋਂ ਜਿਵੇਂ ਲੱਕੜ ਨੂੰ ਘੁਣ ਲੱਗਾ ਹੁੰਦਾ ਹੈ ਨਾ, ਬਾਹਰੋਂ ਵੇਖਣ ਵਾਸਤੇ ਤੇ ਲੱਕੜ ਬੜੀ ਸੋਹਣੀ ਗਏ ਪਰ ਅੰਦਰੋਂ ਬੇਕਾਰ ਹੋ ਗਈ ਆ। ਅਸਲ ਵਿੱਚ ਘੁਣ ਇੱਕ ਕੀੜਾ ਗਿਆ ਜਿਹੜਾ ਲੱਕੜ ਨੂੰ ਅੰਦਰੋਂ ਖਾਂਦਾ ਰਹਿੰਦਾ ਤੇ ਖਾ ਖਾ ਕੇ ਉਹ ਜਿਵੇਂ ਚਿੱਟੇ ਆਟੇ ਵਰਗੀ ਬਣਾ ਕੇ ਬਾਹਰ ਕੱਢ ਦਿੰਦਾ। ਬਾਹਰੋਂ ਸੁੰਦਰ ਗਏ ਪਰ ਅੰਦਰੋਂ ਖੋਖਲੀ ਗਏ। ਇਸੇ ਪ੍ਰਕਾਰ ਚਿੰਤਾ ਜਿਹੜੀ ਕਿ ਸੰਗਤ ਦੀ ਇਹ ਇੱਕ ਘੁਣ ਕੇ ਜਿਹੜੀ ਮਨੁੱਖ ਦੇ ਸਰੀਰ ਨੂੰ ਬਰਬਾਦ ਕਰਕੇ ਰੱਖ ਦਿੰਦੀ ਗਈ। ਯਾਦਦਾਸ਼ਤ ਕਮਜ਼ੋਰ ਹੋ ਜਾਏਗੀ, ਇਹਦੀ ਨਜ਼ਰ ਵੀ ਕਮਜ਼ੋਰ ਹੋ ਜਾਏਗੀ, ਸੁਣਨਾ ਵੀ ਘੱਟ ਹੋ ਜਾਏਗਾ, ਬਲੱਡ ਪ੍ਰੈਸ਼ਰ ਇਹਦਾ ਵੱਧ ਜਾਏਗਾ। ਇਹ ਚਿੰਤਾ ਦੀਆਂ ਨਿਸ਼ਾਨੀਆਂ ਨੇ।
ਤੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਨ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਗੱਲ ਆਈ ਗਈ ਹੋ ਗਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਵਿੱਚ ਰੁੱਝ ਗਏ ਨੇ, ਜਿਵੇਂ ਉਹ ਭਗਵਾਨ ਦਾਸ ਘੇਲੜ ਨੂੰ ਜਾਣਦੇ ਹੀ ਨਾ ਹੋਣ। ਮਹਾਰਾਜ ਸਾਹਿਬ ਦੇ ਕਾਰਜ ਕਰਨ ਲੱਗ ਪਏ ਜਿਵੇਂ ਭਗਵਾਨ ਦਾਸ ਘੇਰੜ ਸਾਹਿਬਾਂ ਦੇ ਕੋਲ ਆਇਆ ਹੀ ਨਾ ਹੋਵੇ। ਤੇ ਬੜੀ ਕਾਹਲੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਉਸ ਕਿਲੇ ਦੀ ਉਸਾਰੀ ਹੋ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਬੜੀ ਕਾਹਲੀ ਦੇ ਨਾਲ ਕਿਲਾ ਬਣਾ ਰਹੇ ਨੇ। ਸੰਗਤ ਦੀ ਇਹ ਵੀ ਗੱਲ ਯਾਦ ਰੱਖਣਾ, ਖਾਸ ਕਰਕੇ ਭਾਰਤ ਵਰਸ਼ ਵਿੱਚ ਜਿੰਨੇ ਕਿਲੇ ਨੇ ਨਾ, ਇਹਨਾਂ ਵਿੱਚੋਂ ਲਗਭਗ 80% ਕਿਲੇ ਜਿਹੜੇ ਨੇ ਉਹ ਉੱਚੀਆਂ ਥਾਵਾਂ ਤੇ ਬਣੇ ਆ। ਇਹਨਾਂ ਨੂੰ ਮਿੱਟੀ ਪਾ ਕੇ ਉੱਚੇ ਨਹੀਂ ਕੀਤਾ ਗਿਆ, ਕੁਦਰਤ ਵੱਲੋਂ ਹੀ ਇਹ ਥਾਵਾਂ ਉੱਚੀਆਂ ਸਨ। ਕੋਈ ਬਹੁਤ ਉੱਚੀ ਪਹਾੜੀ ਵੇਖ ਲਈ ਤੇ ਉਹਦੇ ਤੇ ਬਣਾ ਦਿੱਤਾ। ਜਿਵੇਂ ਗਵਾਲੀਅਰ ਦੇ ਕਿਲੇ ਦੀ ਇੱਕ ਉਦਾਹਰਣ ਅਗੇ, ਜੱਡਾ ਪਹਾੜ ਵੇਖਿਆ ਸਾਰਾ ਹੀ ਵਲਕਤ ਆ, ਉਹਦਾ ਕਿਲਾ ਬਣ ਗਿਆ। ਚਤੌੜ ਦਾ ਗੜ੍ਹ, ਚਤੌੜਗੜ੍ਹ ਇਹਨੂੰ ਤਾਂ ਕਹਿੰਦੇ, ਚਤੌੜ ਅਸਲ ਵਿੱਚ ਸ਼ਹਿਰ ਦਾ ਨਾਮ ਅਗੇ, ਗੜ੍ਹ ਕਿਲੇ ਨੂੰ ਕਹਿੰਦੇ ਆ। ਚਤੌੜ ਦਾ ਕਿਲਾ ਤੁਸੀਂ ਕਦੇ ਵੇਖਿਆ ਹੋਏਗਾ, ਨਹੀਂ ਵੇਖਿਆ ਕਿਧਰੇ ਕੋਟੇ ਨੂੰ ਜਾਂਦਿਆਂ ਰਸਤੇ 'ਚ ਵੇਖਣਾ, ਉਹ ਵੀ ਇੱਕ ਪੂਰੇ ਦੀ ਪੂਰੀ ਪਹਾੜੀ ਵੱਲ ਦਿੱਤੀ ਗਈ ਹੈ। ਹਨੂਮਾਨਗੜ੍ਹ, ਗੜ੍ਹ ਨਾਮ ਕਿਲੇ ਦਾ ਹੈ। ਹਨੂਮਾਨਗੜ੍ਹ ਦਾ ਕਿਲਾ ਵੀ ਇੱਕ ਉੱਚੀ ਥਾਂ ਤੇ ਬਣਿਆ, ਸ਼ਹਿਰ ਤੋਂ ਉੱਚਾ ਗਿਆ। ਇਸੇ ਪ੍ਰਕਾਰ ਹੋਰ ਕਿੰਨੇ ਕਿਲਿਆਂ ਦਾ ਜ਼ਿਕਰ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਪੂਰੇ ਦਾ ਪੂਰਾ ਥੇ ਹੀ ਵਰ ਰਹੇ ਸਨ, ਤਾਂ ਜੋ ਇਹਦੇ ਅੰਦਰ ਪਿੰਡ ਵੀ ਵਸ ਜਾਏ ਤੇ ਕਿਲੇ ਦਾ ਕੰਮ ਵੀ ਦੇ ਜਾਏ। ਤੇ ਬੜੀ ਕਾਹਲੀ ਦੇ ਨਾਲ ਗੁਰੂ ਕੇ ਸਿੱਖ ਉਸ ਕਾਰਜ ਨੂੰ ਕਰਦੇ ਪਏ ਹਨ ਜੀ। ਮਾਨਵ ਲਗੇ ਕਾਰ ਸਮਧਾਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਹੁਤ ਸਾਰੇ ਸਿੱਖ ਕਾਰਜ ਕਰਨ ਲੱਗ ਪਏ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੇ ਮਜ਼ਦੂਰ ਵੀ ਕਾਰਜ ਕਰਨ ਵਾਸਤੇ ਲਏ, ਬਹੁਤ ਸਾਰੇ ਕਾਰੀਗਰ ਵੀ ਉਸ ਕਾਰਜ ਵਿੱਚ ਰੁੱਝੇ ਹੋਏ ਹਨ। ਸਿੱਖ ਕਹਿ ਕਹਿ ਵਨੋ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜਾ ਕੇ ਕੋਲ ਖੜਦੇ। ਸੱਚੇ ਪਾਤਸ਼ਾਹ ਜੀ ਦੱਸ ਗਏ, ਇਸ ਪਾਸੇ ਆਹ ਕੰਧ ਕਰਨੀ, ਇੱਥੇ ਬੂਹਾ ਰੱਖਣਾ ਗੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਕਹਿ ਕੇ ਸਾਰੇ ਕਾਰਜ ਛੇਵੇਂ ਪਾਤਸ਼ਾਹ ਜੀ ਆਪ ਕਰਾਮਦੇ ਪਏ ਹਨ। ਮਿਹਨਤ ਨਰ ਆਵਤ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਇਹ ਪਤਾ ਲੱਗਾ ਵੀ ਮਹਾਰਾਜ ਸਾਹਿਬ ਜੀ ਦੇ ਸਿੱਖ ਸੇਵਾ ਵੀ ਕਰਦੇ ਆ, ਪਰ ਜੇ ਕਿਸੇ ਦਾ ਦਿਲ ਨਹੀਂ ਕਰਦਾ ਸੇਵਾ ਕਰਨ ਨੂੰ, ਉਹਨੂੰ ਐਂ ਲੱਗਦਾ ਵੀ ਮੇਰਾ ਪਰਿਵਾਰ ਨਹੀਂ ਚੱਲਣਾ, ਉਹਨੂੰ ਮਾਇਆ ਦੀ ਲੋੜ ਆ, ਮਿਹਨਤ ਦੀ, ਤੇ ਮਹਾਰਾਜ ਸਾਹਿਬ ਜੀ ਮਾਇਆ ਵੀ ਦਿੰਦੇ ਆ। ਸੰਗਤ ਦੀ ਮਿਹਨਤੀ ਲੋਕ ਵੀ ਮਹਾਰਾਜ ਕੋਲ ਆ ਰਹੇ ਸਨ, ਜਿਨ੍ਹਾਂ ਨੂੰ ਮਾਇਆ ਦੀ ਲੋੜ ਆ ਵੀ ਨਾਲੇ ਗੁਰੂ ਦੇ ਦਰਸ਼ਨ ਸਾਰਾ ਦਿਨ, ਨਾਲੇ ਸੰਗਤ ਦਾ ਦੀਦਾਰ ਤੇ ਨਾਲੇ ਮਾਇਆ, ਦੋਏ ਕੰਮ ਹੋ ਜਾਣੇ ਆ। ਇਸ ਕਰਕੇ ਮਜ਼ਦੂਰ ਲੋਕ ਵੀ ਆਪਣੇ ਆਪ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆ ਰਹੇ ਹਨ। ਚੰਦ ਕੇ ਸਬਨ ਲਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਮਜ਼ਦੂਰਾਂ ਦੀ ਜ਼ਿੰਮੇਵਾਰੀ ਭਾਈ ਬਿਧੀ ਚੰਦ ਸਾਹਿਬ ਨੂੰ ਦਿੱਤੀ ਹੋਈ ਆ। ਗਿਣਤੀ ਕਰਨੀ ਆ, ਜਿਹੜਾ ਬੰਦਾ ਸਵੇਰ ਤੋਂ ਸ਼ਾਮ ਤੱਕ ਲੱਗਾ, ਸ਼ਾਮ ਨੂੰ ਮਾਇਆ ਬਿਧੀ ਚੰਦ ਸਾਹਿਬ ਨੇ ਦੇਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਬਿਧੀ ਚੰਦ ਨੂੰ ਕਹਿ ਦਿੰਦੇ ਨੇ, ਤੇ ਬਿਧੀ ਚੰਦ ਉਹਨਾਂ ਬੰਦਿਆਂ ਨੂੰ ਵੀ ਕੰਮ ਤੇ ਲਾ ਲੈਂਦਾ ਕਿ ਜੀ ਕੇਤਕ ਹੋਏ ਸਤਿਆਰ। ਬਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੰਨੀ ਸੰਗਤ ਤੇ ਇੰਨੇ ਮਜ਼ਦੂਰ ਲਾ ਦਿੱਤੇ ਕਿ ਜਿਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੀਂਹ ਰੱਖੀ, ਭਾਈ ਸਾਹਿਬ ਜੀ ਕਹਿੰਦੇ ਨੇ ਇੱਦਾਂ ਕਹਿ ਲਓ ਕੁਛ ਕਿਲਾ ਤਿਆਰ ਹੋ ਗਏ। ਤਿਆਰ ਦਾ ਮਤਲਬ ਇਹ ਨਹੀਂ ਵੀ ਕੰਧਾਂ ਬੜੀਆਂ ਉੱਚੀਆਂ ਹੋ ਗਈਆਂ, ਥੇ ਵੱਡਾ ਹੋਏਗਾ, ਨੀਂਹ ਭਰ ਗਈ ਹੋਏਗੀ, ਅੱਧੀ ਨੀਂਹ ਭਰ ਗਈ ਹੋਏਗੀ, ਜਾਣੀ ਕੰਮ ਜਿਹੜਾ ਕਿ ਉਹ ਕਾਫੀ ਚੱਲ ਪਿਆ ਵਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਬੜੇ ਤੇਜ਼ੀ ਦੇ ਨਾਲ ਕਾਰਜ ਕਰਦੇ ਪਏ ਹਨ। ਲੱਗ ਪਈ ਸ਼ੀਗਰ ਤੇ ਕਹਿੰਦੇ ਨੇ ਸ਼ਾਮ ਤੱਕ ਗੁਰੂ ਕੇ ਸਿੱਖ ਤੇ ਸਾਰੇ ਮਜ਼ਦੂਰ ਬੜੇ ਐ ਕਾਹਲੀ ਨਾਲ ਲੱਗੇ ਰਹੇ ਆ। ਕਿਸੇ ਨੇ ਪਾਸਾ ਨਹੀਂ ਵਟਿਆ, ਕਿਸੇ ਨੇ ਕੰਮ ਤੋਂ ਕੰਨੀ ਨਹੀਂ ਕਤਰਾਈ, ਐ ਬੜੇ ਰੀਝ ਨਾਲ ਬੜੇ ਚਾਅ ਨਾਲ ਸਿੱਖ ਤੇ ਮਜ਼ਦੂਰ ਸ਼ਾਮ ਤੱਕ ਹੀ ਲੱਗੇ ਰਹੇ ਹਨ ਜੀ। ਨਿਸ਼ਾਤੇ ਸਭ ਪਰ ਸੋਏ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਸ਼ਾਮ ਦਾ ਵਕਤ ਹੋ ਗਿਆ, ਮਹਾਰਾਜ ਨੇ ਛੁੱਟੀ ਕਰ ਦਿੱਤੀ ਹੈ, ਮਜ਼ਦੂਰ ਆਪਣੇ ਘਰਾਂ ਨੂੰ ਚਲੇ ਗਏ। ਸ੍ਰੀ ਗੁਰੂ ਸਾਹਿਬ ਜੀ ਦੇ ਨਾਲ ਰਹਿਣ ਵਾਲੇ ਸਿੱਖ ਵਾਪਸ ਆਏ ਉਸ ਸਥਾਨ ਤੇ, ਉਹਨਾਂ ਇਸ਼ਨਾਨ ਪਾਣ ਕੀਤਾ ਕਿ ਹਰ ਸਾਰੇ ਰਾਤ ਦੇ ਵਕਤ ਆਰਾਮ ਕਰਨ ਲੱਗ ਪਏ ਹਨ। ਹੁਣ ਸੰਗਤ ਦੇ ਉਸ ਤੋਂ ਅਗਲਾ ਦਿਨ ਚੜ੍ਹੇ। ਖਿਆਲ ਕਰਨਾ, ਮਹਾਰਾਜ ਸਾਹਿਬ ਜੀ ਪਹਿਲੇ ਦਿਨ ਗਏ, ਪਹਿਲੇ ਦਿਨ ਜਾ ਕੇ ਕੋਈ ਕਾਰਜ ਨਹੀਂ ਕੀਤਾ, ਰਾਤ ਰੁਕ ਗਏ।
ਉਸ ਤੋਂ ਅਗਲੇ ਦਿਨ ਸਾਹਿਬਾਂ ਨੇ ਇਹਦੀ ਆਰੰਭਤਾ ਕਰ ਦਿੱਤੀ। ਫਿਰ ਰਾਤ ਪੈ ਗਈ, ਹੁਣ ਤੀਜਾ ਦਿਨ ਚੜ੍ਹ ਗਏ ਤੇ ਤੀਜੇ ਦਿਨ ਅੰਮ੍ਰਿਤ ਵੇਲਾ ਜਾਣ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਾਗ ਗਏ ਕੰਨ ਜੀ। ਕੌਣ ਲਗਿਓ ਤੈਸੇ ਤਬ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖਾਂ ਨੇ ਇਸ਼ਨਾਨ ਪਾਣ ਕੀਤਾ, ਬਾਣੀਆਂ ਦਾ ਪਾਠ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਵੇਂ ਕੱਲ ਸਾਰਾ ਦਿਨ ਕੰਮ ਚੱਲਿਆ ਸੀ, ਅੱਜ ਮਹਾਰਾਜ ਨੇ ਤੀਜੇ ਦਿਨ ਵੀ ਕੰਮ ਸ਼ੁਰੂ ਕਰ ਦਿੱਤੇ। ਸੰਗਤ ਦੀ ਅੱਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸੇ ਪ੍ਰਕਾਰ ਕੀ ਕਾਰਜ ਸ਼ੁਰੂ ਕਰਾ ਦਿੱਤਾ ਕਿ ਜੋ ਫਿਰ ਕਰ ਗੁਰ ਮਹਾਰਾਜ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸਾਰਾ ਘੁੰਮ ਫਿਰ ਕੇ ਕਾਰਜ ਆਪਣੇ ਨੇਤਰਾਂ ਨਾਲ ਆਪ ਵੇਖਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਘੁੰਮ ਫਿਰ ਕੇ ਸਾਰੇ ਦੇ ਸਾਰੇ ਕਾਰਜ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਆਪ ਵੇਖਦੇ ਪਏ ਹਨ ਜੀ। ਮੁਕਤੇ ਸਭ ਕੋ ਫਰਮਾਇਓ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਭਨਾ ਗੁਰਸਿੱਖਾਂ ਤੇ ਸਭਨਾ ਮਜ਼ਦੂਰਾਂ ਨੂੰ ਸੰਬੋਧਨ ਹੋ ਕੇ ਆਪਣੀ ਪਾਵਨ ਪਵਿੱਤਰ ਅਤੇ ਮੁਬਾਰਕ ਰਸਨਾ ਵਿੱਚੋਂ ਇਸ ਪ੍ਰਕਾਰ ਬਚਨ ਕੀਤਾ ਕਿ ਜੀ ਤਿਆਰ ਜਨ ਬਣਿਓ ਬਣਾਇਓ। ਮਹਾਰਾਜ ਸਾਹਿਬ ਜੀ ਕਹਿੰਦੇ ਇਦਾਂ ਕਿਲਾ ਤਿਆਰ ਕਰ ਦਿਓ ਜਿਵੇਂ ਕਿਸੇ ਬਣਿਆ ਬਣਾਏ ਲਿਆ ਕੇ ਰੱਖ ਦਿੱਤਾ ਹੋਵੇ, ਜਾਣੀ ਵੀ ਛੇਤੀ ਨਾਲ, ਇਹਦਾ ਮਤਲਬ ਸੀ ਕਾਲੀ ਨਾਲ, ਜਲਦੀ ਨਾਲ। ਮਹਾਰਾਜ ਸਾਹਿਬ ਨੇ ਆਖਿਆ ਇਦਾਂ ਕਿਲਾ ਤਿਆਰ ਕਰ ਦਿਓ ਜਿਵੇਂ ਕਿਸੇ ਜਗ੍ਹਾ ਤੋਂ ਅਸੀਂ ਬਣਿਆ ਬਣਾਇਆ ਲਿਆ ਕੇ ਕਿਲਾ ਇੱਥੇ ਰੱਖ ਦਿੱਤਾ ਹੋਵੇਗੀ ਜੀ। ਦਰਬ ਦੁਗਨੀ ਸੋ ਮਜੂਰੀ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇਨਸਾਫ ਪਸੰਦ ਨੇ। ਇਹਨਾਂ ਗੱਲਾਂ ਦਾ ਪਤਾ ਸਾਨੂੰ ਇਤਿਹਾਸ ਵਿੱਚੋਂ ਲੱਗਦਾ ਏ ਤੇ ਜਦੋਂ ਇਤਿਹਾਸ ਪੜ੍ਹੀਦਾ ਇਹ ਤੇ ਸੁਣੀਦਾ ਕਿ ਬਹੁਤ ਲੋਕ ਮਹਾਰਾਜ ਦੇ ਸ਼ਰਧਾਲੂ ਸਨ ਤੇ ਆਪਣੀਆਂ ਜਾਨਾਂ ਤੱਕ ਨਿਸ਼ਾਵਰ ਕਰਦੇ ਸਨ, ਪਰ ਇਕੱਲੀਆਂ ਸ਼ਰਧਾ ਵਸ ਹੋ ਕੇ ਨਹੀਂ, ਸ਼ਰਧਾ ਵਾਂਗ ਵੀ ਤਾਂ ਸਿੱਖ ਜਾਨ ਨਿਸ਼ਾਵਰ ਕਰਦਾ ਕਿ, ਪਰ ਦੁਨੀਆ ਵਿੱਚ ਸਾਰੇ ਲੋਕ ਸ਼ਰਧਾ ਵਾਲੇ ਨਹੀਂ ਹੁੰਦੇ। ਕੁਝ ਲੋਕ ਇਨਸਾਫ ਪਸੰਦ ਵੀ ਹੁੰਦੇ ਨੇ, ਚੰਗਾ ਲੱਗਦਾ ਇਨਸਾਫ ਉਹਨਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਦੀ ਇੰਨੇ ਇਨਸਾਫ ਪਸੰਦ ਸਾਹਿਬ ਵੀ ਜੇ ਕਿਸੇ ਸੇਵਾ ਕਰਨੀ ਸੇਵਾ ਕਰੋ, ਜੇ ਕੋਈ ਨਹੀਂ ਕਰ ਸਕਦਾ ਭਾਈ ਮਜ਼ਦੂਰੀ ਲੈਣੀ ਆ ਮਜ਼ਦੂਰੀ ਲੈ ਲਓ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਆਪਾਂ ਇੱਦਾਂ ਕਰਨਾ ਵਾ ਵੀ ਕੰਮ ਇੱਦਾਂ ਕਰ ਦੇਣਾ ਜਿਵੇਂ ਪਹਿਲਾਂ ਹੀ ਹੋਇਆ ਹੋਵੇ, ਕੰਮ ਦੁੱਗਣਾ ਕਰਨਾ ਹੈ। ਤੇ ਮਹਾਰਾਜ ਸਾਹਿਬ ਨੇ ਆਖਿਆ ਜਦੋਂ ਕੰਮ ਦੁੱਗਣਾ ਕਰਨਾ ਹੈ ਤੇ ਮਜ਼ਦੂਰੀ ਵੀ ਦੁੱਗਣੀ ਕਰ ਦੇਗੇ। ਇਸ ਪ੍ਰਕਾਰ ਦਿਓ ਦਰਬ ਦੁੱਗਣੀ ਸੋ ਮਜ਼ਦੂਰੀ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਕੰਮ ਜ਼ਿਆਦਾ ਕਰਨਾ, ਇਸ ਕਰਕੇ ਮਾਇਆ ਵੀ ਜ਼ਿਆਦੀ ਮਿਲੇਗੀ, ਦੁੱਗਣੀ ਮਜ਼ਦੂਰੀ ਮਿਲੇਗੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਧਨ ਵੀ ਉਹਨਾਂ ਦਾ ਦੁੱਗਣਾ ਕਰ ਦਿੱਤਾ ਕਿ ਜੀ। ਸਭ ਕਰਤ ਪ੍ਰੇਮ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿਆਰ ਸਹਿਤ ਆਖਿਆ ਮਾਇਆ ਦੁੱਗਣੀ ਮਿਲੇਗੀ, ਪਰ ਕੰਮ ਸਾਰਾ ਤੁਸੀਂ ਪ੍ਰੇਮ ਨਾਲ ਕਰਨਾ ਵਾ, ਕੰਮ ਲਗਨ ਨਾਲ ਕਰਨਾ ਹੈ, ਸਾਰਾ ਕੰਮ ਧਿਆਨ ਨਾਲ ਕਰਨਾ ਹੈ, ਕੰਨੀ ਨਹੀਂ ਕਤਰਾਉਣੀ, ਆਪਣੇ ਆਪ ਨੂੰ ਪਰੇ ਲੁਕਾਉਣਾ ਨਹੀਂ। ਤੇ ਸੱਚੇ ਪਾਤਸ਼ਾਹ ਜਦੋਂ ਮਾਇਆ ਦਿੰਦੇ ਆ ਤੇ ਸੰਗਤ ਜੀ ਫਿਰ ਮਜ਼ਦੂਰ ਪਿਆਰ ਨਾਲ ਸਾਰਾ ਕਾਰਜ ਕਰਦੇ ਆ, ਬੜੀ ਚੜ੍ਹਦੀ ਕਲਾ ਦੇ ਨਾਲ ਸਾਰਾ ਹੀ ਕਾਰਜ ਕਰੀ ਜਾਂਦੇ ਹਨ। ਬੈਠੇ ਲਾਏ ਦੀਵਾਨ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਧਰਲੇ ਪਾਸੇ ਕਾਰਜ ਸ਼ੁਰੂ ਕਰਾ ਦਿੱਤਾ। ਅਗਲੇ ਦਿਨ ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣਾ ਦੀਵਾਨ ਲਾ ਕੇ ਬੈਠ ਗਏ। ਇਸ ਕਰਕੇ ਹੁਣ ਆਪਾਂ ਸਾਰੇ ਜਾਣਦੇ ਆ ਵੀ ਸਾਰੀ ਮਾਈ ਭਾਈ ਉੱਥੇ ਸੇਵਾ ਕਰਨ ਜੋਗੇ ਨਹੀਂ ਹੁੰਦੇ। ਕਈਆਂ ਦਾ ਸਰੀਰ ਬਜ਼ੁਰਗ ਆ, ਉਸ ਜਗ੍ਹਾ ਤੇ ਜਾ ਕੇ ਸੇਵਾ ਵਿੱਚ ਹਿੱਸਾ ਨਹੀਂ ਪਾ ਸਕਦੇ ਕਿਉਂਕਿ ਹੁਣ ਸਰੀਰ ਸਾਥ ਨਹੀਂ ਦਿੰਦਾ। ਕਈਆਂ ਨੂੰ ਕੋਈ ਸਰੀਰਕ ਪ੍ਰੋਬਲਮ ਹੁੰਦੀ ਹੈ, ਕਈ ਵਾਰੀ ਉਹ ਨਹੀਂ ਕਾਰਜ ਕਰ ਸਕਦੇ। ਮਹਾਰਾਜ ਨੇ ਆਖਿਆ ਕੋਈ ਗੱਲ ਨਹੀਂ, ਜਿਹੜਾ ਉਧਰ ਨਹੀਂ ਕਰ ਸਕਦੇ ਇਧਰ ਦੀਵਾਨ ਵਿੱਚ ਆ ਕੇ ਬਹੋ, ਇਧਰ ਗੁਰੂ ਘਰ ਦੀ ਗੱਲ ਚੱਲੇਗੀ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣਾ ਦੀਵਾਨ ਲਾ ਕੇ ਬੈਠ ਗਏ ਹਨ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਜ਼ਦੀਕ ਕੁਝ ਸ਼ਸਤਰਧਾਰੀ ਸੂਰਮੇ ਸਾਵਧਾਨ ਹੋ ਕੇ ਖੜੇ। ਇਹਨਾਂ ਦੀ ਡਿਊਟੀ ਸੀ ਸ਼ਸਤਰਧਾਰੀ ਸੂਰਮੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਲਾਗੇ ਸਨੱਧਬੱਧ ਹੋ ਕੇ ਖੜ ਗਏ ਹਨ। ਤੇ ਜਦੋਂ ਸਵਾ ਪਹਿਰ ਦਿਨ ਚੜ ਗਿਆ ਨਾ ਤੇ ਭਗਵਾਨ ਦਾਸ ਘੇਰੜ ਆਪਣੇ ਘਰ ਤੋਂ ਨਿਕਲਿਆ। ਭਗਵਾਨ ਦਾਸ ਘੇਰੜ ਜਿਹੜਾ ਕਿ ਉਹ ਆਪਣੇ ਘਰ ਵਿੱਚੋਂ ਬਾਹਰ ਨਿਕਲ ਆਇਆ ਕਿ ਤੇ ਉਹਨੇ ਬਾਹਰ ਨਿਕਲ ਕੇ ਵੇਖਿਆ ਵੀ ਆਹ ਤੇ ਕਹਾਣੀ ਹੋਰ ਹੋਈ ਪਈ ਆ। ਕੱਲ ਨੀਂਹ ਰੱਖੀ ਸੀ, ਅੱਜ ਤੇ ਕੰਧਾਂ ਬਾਹਰ ਨਿਕਲ ਆਈਆਂ ਨੇ। ਬਸ ਗੁਰਸਿੱਖ ਦਾ ਇੰਨਾ ਕੀ ਫਰਕ ਆ, ਆਮ ਬੰਦਾ ਜਿੰਨੇ ਵਕਤ ਤੱਕ ਸੁੱਤਾ ਉੱਠਦਾ ਹੈ ਨਾ ਸਵੇਰੇ 6-7 ਵਜੇ ਤੱਕ, ਗੁਰੂ ਕਾ ਸਿੱਖ ਅੱਧਾ ਘਰ ਦਾ ਕੰਮ ਨਿਬੇੜ ਲੈਂਦਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਚਲੋ ਰੂਹਾਨੀ ਪੱਖ ਦੀ ਗੱਲ ਛੱਡ ਦਿਓ, ਇੱਕ ਵੱਖਰੀ ਗੱਲ ਆ, ਦੁਨਿਆਵੀ ਪੱਖ ਤੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਤੂੰ ਅੰਮ੍ਰਿਤ ਵੇਲੇ ਦੀ ਸੰਭਾਲ ਕਰ, ਕਿਉਂਕਿ ਜਿੰਨੀ ਗਰਮੀ ਹੈ, ਜੇ ਬੰਦਾ 7 ਵਜੇ ਉੱਠੇਗਾ ਘਰੋਂ ਨਿਕਲਦਿਆਂ 8 ਵਜਣਗੇ, 9 ਵਜੇ ਖੇਤ ਦਾ ਕੰਮ ਸ਼ੁਰੂ ਕਰੇਗਾ ਜਾ ਕੇ, ਜੇ ਅੰਮ੍ਰਿਤ ਵੇਲੇ ਜਾਗਿਆ 4 ਵਜੇ 5 ਵਜੇ ਖੇਤਾਂ ਚਲੇ ਗਿਆ, 9 ਵਜੇ ਤੱਕ ਦੇ ਕੰਮ ਨਿਬੇੜ ਕੇ ਘਰ ਆ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਸਾਨੂੰ ਗੁਣ ਦਿੱਤੇ ਨੇ ਨਾ, ਇਹ ਹੈ ਤੇ ਅਹਿਮ ਬੜੇ ਵੱਖਰੇ ਨੇ ਦੁਨੀਆ ਤੋਂ, ਪਰ ਅਸੀਂ ਉਹਨਾਂ ਤੋਂ ਦੂਰ ਜਾ ਰਹੇ ਹਾਂ। ਜਿੰਨੇ ਕੋ ਸਮੇਂ ਨੂੰ ਭਗਵਾਨ ਦਾਸ ਘੇਰੜ ਉੱਠਿਆ, ਨਹਾਤਾ ਨੂਤਾ, ਇਹਨੇ ਧੋਤੀ ਬੰਨੀ, ਤਿਲਕ ਲਾ ਕੇ ਬਾਹਰ ਨਿਕਲ ਲੱਗਾ, ਉਹਨੇ ਸਮੇਂ ਨੂੰ ਤੇ ਗੁਰਸਿੱਖਾਂ ਨੇ ਕਿਲੇ ਦੀਆਂ ਕੰਧਾਂ ਤੇ 20-20 ਵਾਰ ਦੇ ਦਿੱਤੇ ਸੀ ਉਹਨੇ ਸਮੇਂ ਤੱਕ। ਤਾਂ ਭਾਈ ਸਾਹਿਬ ਜੀ ਕਹਿੰਦੇ ਨੇ ਬਾਹਰ ਆ ਕੇ ਵੇਖਿਆ ਵੀ ਗੁਰਸਿੱਖਾਂ ਨੇ ਬਹੁਤਾ ਕੰਮ ਨਿਬੇੜ ਦਿੱਤਾ ਅੱਗੇ, ਬਹੁਤ ਸਾਰਾ ਕਾਰਜ ਗੁਰੂ ਕੇ ਸਿੱਖਾਂ ਨੇ ਚੜ੍ਹਦੀ ਕਲਾ ਨਾਲ ਕਰ ਦਿੱਤਾ ਕਿ ਜੀ ਕ੍ਰੋਧ ਤੇ ਪੂਰਨ ਹੁਣ ਹੋਇਆ ਏਦਾਂ ਕਿ ਭਗਵਾਨ ਦਾਸ ਘੇਰੜ ਇਸ ਬੰਦੇ ਦਾ ਹਿਰਦਾ ਕ੍ਰੋਧ ਨਾਲ ਨੱਕਾ ਨੱਕ ਭਰ ਗਿਆ। ਚਲੋ ਕ੍ਰੋਧ ਸਾਨੂੰ ਵੀ ਆਉਂਦਾ, ਸਾਰਿਆਂ ਨੂੰ ਆਉਂਦਾ, ਪਰ ਗੁਰਬਾਣੀ ਵਾਰ-ਵਾਰ ਇਹ ਬਚਨ ਕਰਦੀ ਆ ਕਿ ਕ੍ਰੋਧ ਜਿਹੜਾ ਕਿ ਉਹ ਸਾਰੀ ਕਲੇ ਦਾ ਮੁੱਢ ਹੈ, ਕਿ ਕਲ ਮੂਲ ਕ੍ਰੋਧੰ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਕਲੇ ਦੀ ਜੜ ਕ੍ਰੋਧ ਗਏ। ਸੰਸਾਰ ਦੀਆਂ ਜਿੰਨੀਆਂ ਜੰਗਾਂ ਹੋਈਆਂ ਨੇ, ਭਾਵੇਂ ਨਿੱਕੀਆਂ ਨੇ ਘਰਾਂ 'ਚ ਹੋਈਆਂ ਤੇ ਭਾਵੇਂ ਵਿਸ਼ਵ ਜੰਗਾਂ ਹੋਈਆਂ, ਸਾਰੀਆਂ ਕ੍ਰੋਧ 'ਚੋਂ ਹੀ ਪੈਦਾ ਹੋਈਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੋਂ ਤੱਕ ਆਖਿਆ ਕਾਮ ਕ੍ਰੋਧ ਕਾਇਆ ਕੋ ਗਾਲੇ। ਕਾਮ ਤੇ ਕ੍ਰੋਧ ਸਰੀਰ ਨੂੰ ਗਾਲ ਕੇ ਰੱਖ ਦਿੰਦਾ, ਅੱਗੇ ਜਿਉਂ ਕੰਚਨ ਸੁਹਾਗਾ ਢਾਲੇ, ਜਿਵੇਂ ਲੋਹਾ ਪਿੰਗਲਾ ਦਿੱਤਾ ਜਾਂਦਾ ਹੈ। ਤੋ ਭਾਈ ਸਾਹਿਬ ਜੀ ਨੇ ਪਿਆਰਾ ਬਚਨ ਲਿਖਿਆ, ਜਦੋਂ ਘਰੋਂ ਬਾਹਰ ਨਿਕਲਿਆ ਇਹਨੇ ਵੇਖਿਆ ਵੀ ਕੰਮ ਬਹੁਤਾ ਨਿਬੜ ਗਏ, ਤੇ ਭਗਵਾਨ ਦਾਸ ਘੇਰੜ ਜਿਹੜਾ ਕਿ ਇਹਦਾ ਹਿਰਦਾ ਕ੍ਰੋਧ ਨਾਲ ਨੱਕਾ ਨੱਕ ਭਰ ਗਿਆ। ਇਸ ਬੰਦੇ ਦੇ ਹਿਰਦੇ ਦੇ ਅੰਦਰ ਗੁੱਸੇ ਦੀ ਆਂਗੜ ਨੇ ਭਾਂਬੜ ਮਚਾ ਕੇ ਰੱਖ ਦਿੱਤਾ ਕਿ ਜੀ ਹੁਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਇਹ ਈਰਖਾ ਕਰਦੇ, ਈਰਖਾ ਦੇ ਨਾਲ ਇਹਦਾ ਹਿਰਦਾ ਪਰੋਇਆ ਆਇਆ ਸੀ। ਭਾਵੇਂ ਆਪਾਂ ਨੂੰ ਮਾਲਾ ਵੇਖਣ ਵਾਸਤੇ ਬੜੀ ਸੋਹਣੀ ਲੱਗਦੀ ਹੈ, ਪਰ ਮੋਤੀਆਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਸੀਨੇ ਛੇਕ ਪਿਆ ਵਾ, ਉਹਨਾਂ ਦੇ ਅੰਦਰੋਂ ਲੰਘਿਆ ਕੇ ਧਾਗਾ, ਉਹ ਕਹੇਗਾ ਤੈਨੂੰ ਸੋਹਣੀ ਲੱਗਦੀ ਆ, ਮੇਰੀ ਜ਼ਿੰਦਗੀ ਬਰਬਾਦ ਕਰ ਛੜੀ। ਫੁੱਲਾਂ ਨੂੰ ਪੁੱਛ ਕੇ ਵੇਖੋ। ਇਸੇ ਪ੍ਰਕਾਰ ਜਿਹੜੀ ਈਰਖਾ ਗੇ, ਜਿਵੇਂ ਫੁੱਲ ਵਿੱਚ ਦੀ ਧਾਗਾ ਲੰਘ ਜਾਂਦਾ ਕਿ ਬੰਦੇ ਦੇ ਹਿਰਦੇ ਵਿੱਚ ਦੀ ਈਰਖਾ ਲੰਘ ਜਾਂਦੀ, ਉਹ ਪਰੋ ਕੇ ਰੱਖ ਦਿੰਦੇ ਆ। ਭਾਈ ਸਾਹਿਬ ਦਾ ਪਿਆਰਾ ਬਚਨ ਹੈ ਕਿ ਈਰਖਾ ਦੇ ਨਾਲ ਭਗਵਾਨ ਦਾਸ ਘੇਰੜ ਦਾ ਹਿਰਦਾ ਪਰੋਇਆ ਹੋਇਆ ਗੇ ਜੀ। ਪ੍ਰਤਾਪ ਅਧਿਕ ਸਮਝਾਨਾ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ ਤੇ ਬਹੁਤ ਵੱਡਾ ਹੈ, ਪਰ ਇਸ ਬੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇੱਕ ਦੀਵੇ ਵਰਗਾ ਜਾਣਿਆ। ਉਹਨੇ ਸੋਚਿਆ ਵੀ ਮਹਾਰਾਜ ਜੀ ਨੇ ਦੀਵੇ ਵਰਗਾ ਹੈ। ਖਿਆਲ ਕਰਨਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਾਪ ਸਾਹਿਬ ਦੀ ਬਾਣੀ 'ਚ ਇੱਕ ਬਚਨ ਕਰਦੇ ਆ। ਮਹਾਰਾਜ ਨੇ ਆਖਿਆ ਦੁਨਿਆਵੀ ਬੰਦੇ ਮੰਤਰਾਂ 'ਤੇ ਵਿਸ਼ਵਾਸ ਕਰਦੇ ਆ, ਪਰ ਮੈਂ ਜਿਸ ਪਰਮਾਤਮਾ ਦੇ ਚਰਨਾਂ 'ਤੇ ਨਮਸਕਾਰ ਕਰਦਾ, ਮੇਰਾ ਰੱਬ ਮੰਤਰਾਂ ਦਾ ਵੱਡਾ ਮੰਤਰ ਹੈ। ਨਮੋ ਮੰਤਰ ਮੰਤਰੰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਗਏ, ਮੇਰੇ ਪਰਮਾਤਮਾ ਮੈਨੂੰ ਕਿਸੇ ਹੋਰ ਮੰਤਰ ਦੀ ਲੋੜ ਨਹੀਂ, ਮੇਰੇ ਵਾਸਤੇ ਤੂੰ ਹੀ ਮੰਤਰ ਆ। ਮੈਂ ਤੇਰੇ ਪੈਰਾਂ 'ਤੇ ਮੱਥਾ ਟੇਕਦਾ, ਤੂੰ ਮੇਰੇ ਵਾਸਤੇ ਮੰਤਰ ਹੈ। ਨਮੋ ਜੰਤਰ ਜੰਤਰੰ। ਆਖਿਆ ਗਏ ਮੇਰੇ ਪਰਮਾਤਮਾ ਮੈਨੂੰ ਕਿਸੇ ਜੰਤਰ ਦੀ ਵੀ ਲੋੜ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਵਾਸਤੇ ਜੰਤਰ ਵੀ ਤੂੰ। ਲੋਕੇ ਕਹਿੰਦੇ ਮੰਤਰ ਗਏ, ਜੰਤਰ ਗਏ। ਆਖਿਆ ਮੇਰੇ ਪਰਮਾਤਮਾ ਮੇਰੇ ਵਾਸਤੇ ਮੰਤਰ ਵੀ ਤੂੰ। ਜਦੋਂ ਮੈਂ ਤੈਨੂੰ ਹੀ ਮੱਥਾ ਟੇਕ ਦਿੱਤਾ, ਕਿਸੇ ਮੰਤਰ ਦੀ ਲੋੜ ਹੀ ਨਹੀਂ ਰਹਿ ਗਈ। ਤੇਰੇ ਘਰ ਵਿੱਚ ਆ ਕੇ ਨਮਸਕਾਰ ਕਰ ਦਿੱਤੀ, ਕਿਸੇ ਤੰਤਰ ਦੀ ਵੀ ਲੋੜ ਨਹੀਂ ਰਹਿ ਗਈ। ਖਿਆਲ ਕਰੋ, ਜਦੋਂ ਅਸੀਂ ਬਾਣੀ ਪੜ੍ਹੀ ਨਾ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰੱਬ ਦੇ ਇੰਨਾ ਲਾਗੇ ਖੜਿਆ। ਬਸ ਗੱਲ ਇਹ ਆ ਵੀ ਅਸੀਂ ਬਾਣੀ ਦਾ ਪਾਠ ਟਿਕ ਕੇ ਨਹੀਂ ਕਰਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਮੋ ਇਸ਼ਟ ਇਸ਼ਟੇ। ਇਸ਼ਟ ਦਾ ਅਰਥ ਹੈ ਗੁਰੂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿੰਦੇ, ਦੁਨੀਆ ਵਿੱਚ ਲੋਕਾਂ ਬੜੇ ਗੁਰੂ ਬਣਾਏ ਆ। ਕੋਈ ਕਿਸੇ ਨੂੰ ਗੁਰੂ ਮੰਨਦਾ ਹੈ, ਕੋਈ ਗੁਰੂ ਕਿਸੇ ਨੂੰ ਮੰਨਦਾ ਹੈ, ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿ ਮੇਰੇ ਪਰਮਾਤਮਾ ਤੂੰ ਗੁਰੂਆਂ ਦਾ ਵੀ ਵੱਡਾ ਗੁਰੂ। ਇਸ਼ਟ ਦਾ ਅਰਥ ਹੁੰਦਾ ਗੁਰੂ। ਮੇਰੇ ਪਰਮਾਤਮਾ ਤੋਂ ਗੁਰੂਆਂ ਦਾ ਵੀ ਵੱਡਾ ਗੁਰੂ, ਤੇਰੇ ਚਰਨਾਂ 'ਤੇ ਮੱਥਾ ਟੇਕਦਾ ਮੈਂ। ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ। ਇਹ ਮਹਾਰਾਜ ਸਾਹਿਬ ਜੀ ਦੇ ਬਚਨ ਨੇ। ਇੱਥੇ ਭਾਈ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਲਿਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਤਾਪ ਤੇ ਬਹੁਤ ਵੱਡਾ ਹੈ।
ਮਹਾਰਾਜ ਸੱਚੇ ਪਾਤਸ਼ਾਹ ਦੀ ਸੂਰਜਾਂ ਦੇ ਵੱਡੇ ਸੂਰਜ ਨੇ, ਮੰਤਰਾਂ ਦੇ ਮੰਤਰ ਨੇ, ਜੰਤਰਾਂ ਦੇ ਜੰਤਰ ਨੇ, ਉਹ ਤੇ ਰਾਜਿਆਂ ਦੇ ਰਾਜੇ ਨੇ। ਪਰ ਭਗਵਾਨ ਦਾਸ ਘੇਰੜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇੱਕ ਦੀਵੇ ਵਰਗਾ ਜਾਣਦਾ ਹੈ, ਵੀ ਜਿਵੇਂ ਦੀਵਾ ਬੁਝਾ ਦੇਈਦਾ ਨਾ ਜਾਂਦੇ ਆ, ਮੈਂ ਗੁਰੂ ਖਤਮ ਕਰਦੇ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੀਵੇ ਵੱਤ ਜਾਣਦਾ ਗਏ ਜੀ। ਪਰਦੇ ਚਹਿ ਪਤੰਗ ਸਮਾਵਾ। ਪਰ ਭਾਈ ਸਾਹਿਬ ਜੀ ਕਹਿੰਦੇ ਇਹ ਯਾਦ ਰੱਖੋ, ਜੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੀਵੇ ਵਰਗਾ ਜਾਣ ਵੀ ਲਈਏ ਨਾ, ਤੁਸੀਂ 2 ਮਿੰਟ ਮੰਨ ਲਓ ਵੀ ਮਹਾਰਾਜ ਸੱਚੇ ਪਾਤਸ਼ਾਹ ਦੀਵੇ ਵਰਗੇ ਹੀ ਆ, ਪਰ ਭਗਵਾਨ ਦਾਸ ਘੇਰੜ ਵੀ ਪਤੰਗੇ ਵਰਗਾ ਹੀ ਆ। ਪਤੰਗਾ ਦੀਵੇ ਨੂੰ ਬੁਝਾ ਨਹੀਂ ਸਕਦਾ, ਪਰ ਦੀਵੇ ਦੇ ਕੋਲ ਜਾ ਕੇ ਸੜ ਕੇ ਮਰ ਜ਼ਰੂਰ ਜਾਂਦਾ ਹੈ। ਕਹਿੰਦੇ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀਵੇ ਬਾਤੀ ਜਾਣ ਲਓ, ਪਰ ਭਗਵਾਨ ਦਾਸ ਘੇਰੜ ਜਿਹੜਾ ਕਿ ਉਹ ਮਰ ਜਾਏਗਾ, ਪਰ ਗੁਰੂ ਰੂਪ ਦੀਵੇ ਨੂੰ ਬੁਝਾ ਨਹੀਂ ਸਕਦਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਕੁਝ ਵੀ ਨਹੀਂ ਵਿਗਾੜ ਸਕਦਾ ਜੀ। ਸੋ ਜਹਾਂ ਬਲ ਤੇ ਗੁਰਬੰਤਾ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੇਖ ਵੇਖ ਕੇ ਗੁਣ ਕਹੇ, ਇਹਦੇ ਆਪਣੇ ਕੋਲ ਤਾਂ ਕੁਝ ਵੀ ਨਹੀਂ, ਬਸ ਇਹਨੂੰ ਬਾਦਸ਼ਾਹ ਸ਼ਾਹਜਹਾਨ ਦੀਆਂ ਬਾਹਾਂ ਤੇ ਮਾਣ ਸੀ ਤੇ ਉਹਦੀ ਤਾਕਤ ਕਰਕੇ ਹੰਕਾਰੀ ਹੋਇਆ ਫਿਰਦਾ ਹੈ। ਬਾਦਸ਼ਾਹ ਸ਼ਾਹਜਹਾਨ ਦੀਆਂ ਬਾਹਾਂ ਤੇ ਮਾਣ ਗਏ ਤੇ ਉਹਦਾ ਕਰਕੇ ਹੰਕਾਰੀ ਹੋਇਆ ਫਿਰਦਾ ਗਏ ਜੀ। ਨਿਕਟ ਭਾ ਨਹੀਂ ਲਖਨ। ਕਹਿੰਦੇ ਇਸ ਭਗਵਾਨ ਦਾਸ ਘੇਰੜ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਕਿ ਮੇਰਾ ਕਾਲ ਮੇਰੇ ਲਾਗੇ ਆ ਗਿਆ। ਕਾਲ ਦਾ ਅਰਥ ਕਿ ਮੌਤ, ਇਹਨੂੰ ਨਹੀਂ ਪਤਾ ਕਿ ਮੇਰੀ ਮੌਤ ਜਿਹੜੇ ਗਏ ਉਹ ਮੇਰੇ ਬਿਲਕੁਲ ਹੀ ਲਾਗੇ ਆ ਚੁੱਕੀ ਗਏ ਜੀ। ਆਇਓ ਚੱਲ ਕਰ ਸ੍ਰੀ ਗੁਰ ਓਰੀ। ਭਗਵਾਨ ਦਾਸ ਘੇਰੜ ਆਪਣੇ ਘਰ ਵਿੱਚੋਂ ਬਾਹਰ ਨਿਕਲਿਆ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵਾਲੇ ਪਾਸੇ ਆ ਗਿਆ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੱਲ ਚੱਲ ਕੇ ਆ ਗਿਆ ਕਿ ਜੀ। ਪਾਗ ਸਿਰ ਹਾਥ ਸਟੋਰੀ। ਕਹਿੰਦੇ ਇਸ ਬੰਦੇ ਨੇ ਆਪਣੇ ਸਿਰ ਉੱਪਰ ਪੱਗ ਬੰਨੀ ਆ ਤੇ ਢਿੱਲੀ ਆ ਤੇ ਹੱਥ ਵਿੱਚ ਇਹਨੇ ਸੋਟੀ ਫੜੀ ਹੋਈ ਹੈ। ਸਟੋਰੀ ਦਾ ਅਰਥ ਹੁੰਦਾ ਸੋਟੀ। ਭਗਵਾਨ ਦਾਸ ਘੇਰੜ ਨੇ ਆਪਣੇ ਹੱਥ ਵਿੱਚ ਸੋਟੀ ਵੀ ਫੜੀ ਗਏ ਜੀ। ਮੂਡ ਕੁੜੀਆਰ ਕੋ ਪੱਤਾ। ਭਾਈ ਸਾਹਿਬ ਨੇ 3 ਸ਼ਬਦ ਇਹਦੇ ਵਾਸਤੇ ਵਰਤੇ ਨੇ। ਮਹਾਮੂੜ ਜਾਣੀ ਬਹੁਤ ਵੱਡਾ ਮੂਰਖ ਬੰਦਾ ਕੇ। ਕੂੜਿਆਰ ਦਾ ਅਰਥ ਕਿ ਝੂਠਾ ਬੰਦਾ ਕੇ। ਕੁਪੱਤੇ ਦਾ ਅਰਥ ਹੁੰਦਾ ਬੇਗੈਰਤ। ਕਵੀ ਜੀ ਕਹਿੰਦੇ ਇਹ ਬਹੁਤ ਵੱਡਾ ਮੂਰਖ ਗਏ, ਇਹਦੇ ਨਾਲ ਝੂਠਾ ਗਏ। ਤੇ ਤੀਜੀ ਗੱਲ ਭਗਵਾਨ ਦਾਸ ਘੇਰੜ ਬੇਗੈਰਤ ਬੰਦਾ ਗਏ ਜੀ। ਨਿਕਟ ਜੇਬੇ ਚਵਗਤਾ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਲੜਾਈ ਕਰਕੇ ਨਾ ਤੇ ਇਹ ਚਵਗੱਤੇ ਦੇ ਨਜ਼ਦੀਕ ਜਾਣਾ ਚਾਹੁੰਦਾ ਸੀ। ਬੜੀ ਇਕਾਗਰਤਾ ਨਾਲ ਸਮਝਣਾ। ਚਵਗੱਤਾ ਸ਼ਬਦ ਕਵੀ ਭਾਈ ਸੰਤੋਖ ਸਿੰਘ ਜੀ ਨੇ ਬਾਦਸ਼ਾਹ ਸ਼ਾਹਜਹਾਨ ਵਾਸਤੇ ਵਰਤੇ। ਚਵਗੱਤਾ ਸ਼ਬਦ ਜਿਹੜਾ ਕਿ ਉਹ ਜਹਾਂਗੀਰ ਵਾਸਤੇ ਵੀ ਆਇਆ ਹੈ, ਚਵਗੱਤਾ ਸ਼ਬਦ ਅਕਬਰ ਵਾਸਤੇ ਵੀ ਆਇਆ, ਬਾਬਰ ਵਾਸਤੇ ਵੀ ਆਇਆ, ਸ਼ਾਹਜਹਾਨ ਵਾਸਤੇ ਵੀ ਆਇਆ, ਔਰੰਗਜ਼ੇਬ ਵਾਸਤੇ ਵੀ ਆਇਆ, ਫਰਖਸੀਅਰ ਬਾਦਸ਼ਾਹ ਵਾਸਤੇ ਵੀ ਆਇਆ। ਅਸਲ ਚਵਗੱਤਾ ਸ਼ਬਦ ਜਿਹੜਾ ਕਿ ਇਹ ਫਾਰਸੀ ਦਾ ਸ਼ਬਦ ਹੈ। ਫਾਰਸੀ ਦਾ ਸ਼ਬਦ ਹੈ। ਸ਼ਾਇਦ ਆਪ ਜੀ ਨੇ ਕਦੀ ਨਾਂ ਸੁਣਿਆ ਹੈਗਾ ਚੰਗੇਜ਼ ਖਾਨ ਦਾ। ਚੰਗੇਜ਼ ਖਾਨ ਦਾ ਅੱਗੇ ਇੱਕ ਪੁੱਤਰ ਹੋਇਆ, ਅੱਗੇ ਚੁਗੱਤਾ ਖਾਂ। ਚੰਗੇਜ਼ ਖਾਨ ਦਾ ਪੁੱਤਰ ਚੁਗੱਤਾ ਖਾਂ। ਚੁਗੱਤਾ ਖਾਂ ਜਿਹੜਾ ਕਿ ਗਾਂ ਜਿਹੜੀ ਉਹਦੀ ਨਸਲ ਆ ਨਾ, ਉਹਨੂੰ ਸਾਰਿਆਂ ਨੂੰ ਚਵਗੱਤੇ ਕਿਹਾ ਜਾਂਦਾ ਵਾ। ਮੁਗਲਾਂ ਦੀ ਇੱਕ ਨਸਲ ਕਹਿ ਲਓ। ਚੰਗੇਜ਼ ਖਾਨ ਦੇ ਕੋਲ ਚੋਂ ਇਹ ਪੈਦਾ ਹੋਏ ਆ। ਚੰਗੇਜ਼ ਖਾਨ ਦਾ ਪੁੱਤਰ ਜਿਹੜਾ ਉਹਦੀ ਗਾਂ ਨਸਲ ਕੇ ਜਿਹੜੀ ਉਹਨੂੰ ਸਾਰੇ ਨੂੰ ਚਵਗੱਤੇ ਕਿਹਾ ਜਾਂਦਾ ਵਾ। ਇਹ ਮੁਗਲਾਂ ਦੀ ਇੱਕ ਨਸਲ ਗਏ। ਇਸ ਕਰਕੇ ਬਾਬਰ, ਉਹਦੇ ਅੱਗੇ ਹਮਾਯੂੰ, ਫਿਰ ਅਕਬਰ, ਫਿਰ ਜਹਾਂਗੀਰ, ਫਿਰ ਸ਼ਾਹਜਹਾਂ, ਫਿਰ ਔਰੰਗਜ਼ੇਬ, ਫਿਰ ਫਰਖਸੀਅਰ, ਇੱਦਾਂ ਸਾਰੇ ਇਹਨਾਂ ਦੇ ਕੁੱਲ ਰਲਦੀ ਆ। ਦਾਦੇ ਪੋਤੇ ਨੇ ਸਾਰੇ ਇੱਕ ਦੂਜੇ ਦੇ। ਤਾਂ ਕਰਕੇ ਸਭਨਾ ਵਾਸਤੇ ਸ਼ਬਦ ਚਵਗੱਤਾ ਵਰਤਿਆ ਗਿਆ ਦਾ ਅਰਥ ਕਿ ਬਾਦਸ਼ਾਹ ਸ਼ਾਹ ਕੋ ਜਗਾਉਣਾ। ਕਵੀ ਜੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਲੜ ਕੇ ਨਾ ਅਸਲ ਵਿੱਚ ਇਹ ਬਾਦਸ਼ਾਹ ਦੀ ਨੇੜਤਾ ਲੱਭਦਾ ਪਿਆ ਸੀ। ਅਸਲ ਵਿੱਚ ਬਾਦਸ਼ਾਹ ਸ਼ਾਹਜਹਾਨ ਦੇ ਲਾਗੇ ਜਾਣਾ ਚਾਹੁੰਦਾ ਕਿ ਜੀ। ਤੇ ਮਨ ਅੰਦਰ ਨਾਲੇ ਗੁਰੂ ਹਰਗੋਬਿੰਦ ਸਾਹਿਬ ਵੱਲ ਤੁਰਿਆ ਹੁੰਦਾ ਤੇ ਨਾਲੇ ਸੋਚਦਾ ਹੁੰਦਾ ਵੀ ਅੱਜ ਮੈਂ ਗੁਰੂ ਨੂੰ ਜਾ ਕੇ ਡਰਾ ਦੇਣਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਹਿਰਦੇ ਅੰਦਰ ਮੈਂ ਬਹੁਤਾ ਹੀ ਡਰ ਪੈਦਾ ਕਰ ਦੇਣਾ ਕਿ ਜੀ। ਤੇ ਮਨ ਅੰਦਰ ਸੋਚਦਾ ਕਿ ਵੀ ਜੇ ਮੇਰੀਆਂ ਗੱਲਾਂ ਸੁਣ ਕੇ ਗੁਰੂ ਚਲਾ ਜਾਵੇ ਇੱਥੋਂ ਤੇ ਚੰਗੀ ਗੱਲ ਆ। ਗੁਰੂ ਟਲ ਜਾਵੇ, ਚਲਿਆ ਜਾਵੇ, ਗੁਰੂ ਆਪਣਾ ਡੇਰਾ ਚੁੱਕ ਕੇ ਚਲਿਆ ਜਾਵੇ ਤੇ ਬਹੁਤੀ ਚੰਗੀ ਗੱਲ ਕਹੇ ਜੀ।
ਲੈ ਤੇ ਮਨ ਅੰਦਰ ਸੋਚਦਾ ਹੈ ਵੀ ਜੇ ਗੁਰੂ ਨਾ ਗਿਆ ਤੇ ਬਾਦਸ਼ਾਹ ਕੋਲ ਜਾ ਕੇ ਆਪਾਂ ਫੌਜ ਲੈ ਆਉਣੀ ਆ। ਜੇ ਗੁਰੂ ਹਰਗੋਬਿੰਦ ਸਾਹਿਬ ਇੱਥੋਂ ਨਾ ਗਏ ਤੇ ਬਾਦਸ਼ਾਹ ਦੀ ਫੌਜ ਗੁਰੂ ਉੱਪਰ ਲੈ ਕੇ ਆਵਾਂਗੇ ਜੀ। ਰੋਕਨ ਫਲ ਦਿਕਰਾ ਤੇ ਮਨ ਅੰਦਰ ਸੋਚਦਾ ਕਿ ਫਿਰ ਮੈਂ ਗੁਰੂ ਨੂੰ ਰੋਕ ਕੇ ਵਿਖਾਵਾਂਗਾ ਵੀ ਕਿਵੇਂ ਰੋਕੀਦਾ ਵਾ। ਜੇ ਹੁਣ ਵੀ ਨਾ ਰੁਕਿਆ ਤੇ ਬਾਦਸ਼ਾਹ ਦੀ ਫੌਜ ਲੈ ਕੇ ਆਵਾਂਗਾ, ਫਿਰ ਗੁਰੂ ਨੂੰ ਦੱਸਾਂਗਾ ਵੀ ਕਿਸ ਢੰਗ ਦੇ ਨਾਲ ਮੈਂ ਗੁਰੂ ਨੂੰ ਰੋਕਣਾ ਜਾਣਦਾ ਗਾ ਜੀ। ਜਾਏ ਕੇ ਮਾਰਿਓ ਮਨ ਅੰਦਰ ਸੋਚਦਾ ਹੈ ਵੀ ਜੇ ਬਾਦਸ਼ਾਹ ਦੀਆਂ ਫੌਜਾਂ ਮੇਰੇ ਨਾਲ ਆ ਗਈਆਂ ਨਾ, ਦੋਵਾਂ ਚੋਂ ਇੱਕ ਕੰਮ ਹੋਏਗਾ, ਜਾਂ ਗੁਰੂ ਫੜਿਆ ਜਾਣਾ ਤੇ ਜਾਂ ਨੇ ਮਾਰਿਆ ਜਾਣਾ ਹੈ। ਇੱਕ ਕਰਮ ਹੋਏਗਾ, ਜਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਫੌਜਾਂ ਫੜ ਕੇ ਲੈ ਜਾਣਗੀਆਂ ਜਾਂ ਮਾਰ ਕੇ ਚਲੀਆਂ ਜਾਣਗੀਆਂ ਜੀ। ਤੇ ਮਨ ਅੰਦਰ ਸੋਚਦਾ ਹੈ ਮੇਰੇ ਮਨਾ ਬਾਦਸ਼ਾਹ ਤੇ ਪਹਿਲਾਂ ਬੜਾ ਕ੍ਰੋਧਵਾਨ ਹੋਇਆ ਇਹਨਾਂ ਤੇ, ਕਿ ਮੇਰੇ ਮਨ ਬਾਦਸ਼ਾਹ ਸ਼ਾਹ ਜਗਾਨ ਜਿਹੜਾ ਕਿ ਉਹ ਪਹਿਲਾਂ ਬਹੁਤ ਜ਼ਿਆਦਾ ਗੁੱਸੇ ਵਿੱਚ ਰਹਿੰਦਾ ਗਏ ਜੀ। ਮੈਂ ਚਿਤ ਵਿੱਚ ਚਲੇ ਆਏ ਸਾਰੀਆਂ ਗੱਲਾਂ ਆਪਣੇ ਮਨ ਅੰਦਰ ਸੋਚਦਾ ਭਗਵਾਨ ਦਾਸ ਘਿਰੜ ਗੁਰੂ ਹਰਗੋਬਿੰਦ ਸਾਹਿਬ ਵਾਲੇ ਪਾਸੇ ਚੱਲ ਕੇ ਆ ਗਿਆ ਕਿ ਬੈਠ ਗੁਰਦੇਵ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣਾ ਦੀਵਾਨ ਲਾ ਕੇ ਬੈਠੇ ਸਨ। ਸੰਗਤ ਦੀ ਵੈਸੇ ਇਹ ਗੱਲ ਜਾਣਨਾ ਕਿ ਸਿੱਖ ਆਪਣੇ ਗੁਰੂ ਦਾ ਨਿਰਾਦਰ ਤੇ ਵੈਸੇ ਹੀ ਬਰਦਾਸ਼ਤ ਨਹੀਂ ਕਰਦਾ, ਪਰ ਜੇ ਕੋਈ ਦੀਵਾਨ ਵਿੱਚ ਆ ਕੇ ਖੱਲਰ ਪਾਵੇ ਉਹ ਗੱਲ ਤੇ ਉਹ ਕਈ ਬਰਦਾਸ਼ਤ ਨਹੀਂ ਕਰਦਾ। ਇੱਕ ਪਾਸੇ ਕਥਾ ਕੀਰਤਨ ਹੋ ਰਿਹਾ ਹੋਵੇ, ਦੂਜੇ ਪਾਸੇ ਕੋਈ ਇੱਥੇ ਆ ਕੇ ਪੁੱਠਾ ਸਿੱਧਾ ਬੋਲੇ, ਇਹ ਗੱਲ ਉਹ ਕਈ ਬਰਦਾਸ਼ਤ ਨਹੀਂ ਹੁੰਦੀ। ਜਿਸ ਜਗ੍ਹਾ ਤੇ ਮਹਾਰਾਜ ਸਾਹਿਬ ਦੀ ਦੀਵਾਨ ਲਾ ਕੇ ਬੈਠੇ ਸਨ ਉਸ ਜਗ੍ਹਾ ਤੇ ਆ ਗਿਆ ਗਏ ਜੀ। ਮੂਰਖ ਨਮੋ ਨ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਨੇ ਨਮਸਕਾਰ ਨਹੀਂ ਕੀਤੇ। ਮੂਰਖਤਾ ਦੇ ਨਾਲ ਭਰਿਆ ਭਗਵਾਨ ਦਾਸ ਘਿਰੜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੰਬੋਧਨ ਹੋ ਕੇ ਬੋਲਿਆ ਕਿ ਕਵੀ ਜੀ ਕਹਿੰਦੇ ਗੱਲਾਂ ਦੋ ਨੇ, ਇੱਕ ਤਾਂ ਇਹਦਾ ਅੰਦਰ ਹੰਕਾਰ ਨਾਲ ਭਰਿਆ ਹੋਇਆ ਸੀ, ਇੱਕ ਇਸ ਬੰਦੇ ਦੇ ਹਿਰਦੇ ਅੰਦਰ ਕ੍ਰੋਧ ਬੜਾ ਜ਼ਿਆਦਾ ਸੀ। ਦੋਵੇਂ ਗੱਲਾਂ ਸਨ, ਇੱਕ ਹੰਕਾਰ ਦੇ ਘੋੜੇ ਤੇ ਚੜ੍ਹੇ, ਇੱਕ ਇਹਦੇ ਨਾਲ ਕ੍ਰੋਧੀ ਹੋਇਆ ਪਿਆ ਵਾ। ਦੋਵੇਂ ਗੱਲਾਂ ਇਸ ਬੰਦੇ ਦੇ ਹਿਰਦੇ ਅੰਦਰ ਭਰੀਆਂ ਪੰਜਾਂ ਖੰਡ ਦੀ। ਹੁਣ ਅੱਗੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਭਗਵਾਨ ਦਾਸ ਘਿਰੜ ਦਾ ਵਾਰਤਾਲਾਪ ਸੁਣਨਾ, ਇਹ ਮੈਂ ਇਸ ਕਰਕੇ ਤੁਹਾਨੂੰ ਸੁਚੇਤ ਕੀਤਾ ਹੈ ਵੀ ਅਸੀਂ ਨਮਸਕਾਰ ਕਰ ਰਹੇ ਹਾਂ, ਪਰ ਖਿਆਲ ਕਰੋ ਦੁਨੀਆ ਦੇ ਲੋਕਾਂ ਨੇ ਗੁਰੂਆਂ ਨੂੰ ਇਦਾਂ ਦੀਆਂ ਗੱਲਾਂ ਵੀ ਕਹੀਆਂ ਨੇ। ਕਦੇ ਕਦਾਂ ਕੋਈ ਸਾਨੂੰ ਮਾੜੀ ਮੋਟੀ ਗੱਲ ਕਹਿ ਦੇਵੇ, ਅਸੀਂ 15 ਦਿਨ ਚੈਨ ਨਹੀਂ ਕਰਦੇ ਵੀ ਨੇ ਆਖਿਆ ਕਿਵੇਂ, ਪਰ ਯਾਦ ਰੱਖੋ ਇਹ ਗੱਲਾਂ ਤੇ ਗੁਰੂਆਂ ਨੂੰ ਵੀ ਲੋਕੀ ਕਹਿ ਗਏ, ਪਰ ਗੁਰੂ ਸਾਹਿਬ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ, ਉਹਨਾਂ ਪਰਵਾਹ ਨਹੀਂ ਕੀਤੀ। ਮਹਾਰਾਜ ਨੇ ਆਖਿਆ ਕੋਈ ਗੱਲ ਨਹੀਂ, ਜਵਾਬ ਜ਼ਰੂਰ ਦਿੱਤਾ ਪਰ ਮੌਕੇ ਤੇ, ਬਾਅਦ ਵਿੱਚ ਆਪਣੇ ਐਵੇਂ ਕੰਢੇ ਨਹੀਂ ਸਾੜੇ ਉਹਨਾਂ ਨੇ ਗੁੱਸਾ ਕਰ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਇਆ ਤੇ ਆਖਿਆ ਪਤਾ ਕਿੱਦਾਂ, ਜਿਵੇਂ ਆਪਾਂ ਪਿੰਡਾਂ 'ਚ ਕਹਿੰਦੇ ਕੋਈ ਆਪਾਂ ਰੋਕੀ ਜਾਈਏ ਤੇ ਅਗਲਾ ਨਾ ਕਾਮੜ ਰੇ ਤੇ ਆਪਾਂ ਕਹਿੰਦੇ ਨਾ ਨਹੀਂ ਟਲਿਆ ਨਾ ਫਿਰ ਤੂੰ, ਇੱਦਾਂ ਕਹੀਦਾ ਵਾ। ਇੱਦਾਂ ਹੀ ਗੁਰੂ ਹਰਗੋਬਿੰਦ ਸਾਹਿਬ ਨੂੰ ਆ ਕੇ ਭਗਵਾਨ ਦਾਸ ਘਿਰੜ ਕਹਿਣ ਲੱਗਾ ਨਹੀਂ ਟਲਿਆ, ਫਿਰ ਕਰ ਦਿੱਤਾ ਝਗੜਾ ਪੈਦਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਭਗਵਾਨ ਦਾਸ ਘਿਰੜ ਕਹਿੰਦਾ ਨਹੀਂ ਹਟਿਆ ਤੂੰ, ਕੋਈ ਗੁਰੂ ਨਹੀਂ ਆਖਿਆ, ਕੋਈ ਸਤਿਕਾਰਤ ਸ਼ਬਦ ਨਹੀਂ ਵਰਤੇ, ਆਖਰ ਲੱਗਾ ਨਹੀਂ ਹਟਿਆ ਤੂੰ, ਇਸ ਜਗ੍ਹਾ ਤੇ ਆ ਕੇ ਝਗੜਾ ਪੈਦਾ ਕਰ ਦਿੱਤਾ ਕਿ ਭਲੀ ਨਾ ਆਪਣੀ ਬਾਤ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਮੈਂ ਤੇ ਤੇਰੇ ਭਲੇ ਦੀ ਗੱਲ ਕਹਿ ਕੇ ਗਿਆ ਸਾਂ, ਪਰ ਤੂੰ ਉਸ ਗੱਲ ਨੂੰ ਸਮਝਿਆ ਨਹੀਂ। ਭਗਵਾਨ ਦਾਸ ਮਹਾਰਾਜ ਨੂੰ ਕਹਿ ਰਹੇ ਮੈਂ ਤੁਹਾਡੇ ਭਲੇ ਦੀ ਗੱਲ ਆਖੀ ਸੀ, ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦਾ ਤੂੰ ਸਮਝਿਆ ਨਹੀਂ। ਉਮਰਾਂ ਦਾ ਵੀ ਫਰਕ ਹੈ, ਬੁੱਢਾ ਹੋ ਚੁੱਕਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅਜੇ 3 ਵਰ੍ਹਿਆਂ ਦੇ ਵੀ ਨਹੀਂ ਹੋਏ। ਮਹਾਰਾਜ ਸਾਹਿਬ ਨੂੰ ਕਹਿੰਦਾ ਤੇਰੇ ਭਲੇ ਦੀ ਗੱਲ ਕਹਿ ਕੇ ਗਿਆ ਵਾਂ, ਪਰ ਤੂੰ ਨਹੀਂ ਸਮਝਿਆ ਉਹਨਾਂ ਗੱਲਾਂ ਨੂੰ ਦੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਇਹਦਾ ਮਤਲਬ ਇਹ ਆ ਵੀ ਤੂੰ ਆਪਣਾ ਬੁਰਾ ਆਪੇ ਹੀ ਕਰਨਾ ਚਾਹੁੰਦਾ ਵਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਖਰੇ ਕਹਿੰਦਾ ਇਹਦਾ ਅਰਥ ਇਹ ਹੋਇਆ ਕਿ ਤੂੰ ਆਪਣਾ ਬੁਰਾ ਆਪੇ ਹੀ ਕਰਨਾ ਚਾਹੁੰਦਾ। ਕਹਿੰਦੀ ਭਾਈ ਸਾਹਿਬ ਜੀ ਕਹਿੰਦੇ ਨੇ ਭਗਵਾਨ ਦਾਸ ਘਿਰੜ ਇਦਾਂ ਬੋਲਦਾ ਵਾ ਜਿਵੇਂ ਇੱਕ ਸੱਪ ਸ਼ੇਰ ਨੂੰ ਵੇਖ ਕੇ ਫੁੰਕਾਰਾ ਮਾਰਦਾ ਹੋਵੇ, ਜਿਵੇਂ ਸੱਪ ਸ਼ੇਰ ਨੂੰ ਵੇਖ ਕੇ ਫੁੰਕਾਰਾ ਮਾਰੇ ਵੀ ਮੈਂ ਸੱਪ ਨੂੰ ਮਾਰ ਸ਼ੇਰ ਨੂੰ ਮਾਰ ਦੇਣਾ ਵਾ। ਉਹ ਕਹਿੰਦੇ ਦੱਸੋ ਵੀ ਭਲਾ ਸੱਪ ਜਿੰਨੇ ਮਰਜ਼ੀ ਫੁੰਕਾਰੇ ਮਾਰੇ ਸ਼ੇਰ ਦਾ ਕੀ ਵਿਗੜੇਗਾ? ਸਾਰਾ ਦਿਨ ਫੁੰਕਾਰੇ ਮਾਰੇ ਜਾਵੇ ਸ਼ੇਰ ਦੀ ਸਿਹਤ 'ਤੇ ਕੋਈ ਅਸਰ ਨਹੀਂ, ਪਰ ਜੇ ਸ਼ੇਰ ਨੇ ਪੰਜਾ ਮਾਰਿਆ ਸੱਪ ਹੋਣੀ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸ਼ੇਰ ਨੇ, ਭਗਵਾਨ ਦਾਸ ਘਿਰੜ ਇੱਕ ਜ਼ਹਿਰੀਲਾ ਨਾਗ ਗਏ।
ਜਿਵੇਂ ਇੱਕ ਸੱਪ ਸ਼ੇਰ ਨੂੰ ਵੇਖ ਕੇ ਪੁੰਕਾਰੇ ਮਾਰਦਾ ਹੈ ਨਾ, ਇਦਾਂ ਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਵੇਖ ਕੇ ਭਗਵਾਨ ਦਾਸ ਘੇਰੜ ਗੱਲਾਂ ਬਾਤਾਂ ਕਰਦਾ ਪਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉੱਚੀਆਂ ਨੀਵੀਆਂ ਗੱਲਾਂ ਕਰੀ ਜਾਂਦਾ ਗਏ ਜੀ। ਚਾਹੇ ਤਿੰਨੇ ਜ ਪ੍ਰਾਨ ਨਾ ਮਹਾਰਾਜ ਨੂੰ ਕਹਿੰਦਾ ਕਿਉਂ ਆਪਣੇ ਪ੍ਰਾਣ ਖਤਮ ਕਰਨੇ ਤੂੰ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਇਦਾਂ ਹੀ ਆਖਿਆ ਜੀ ਉਹਨੇ। ਆਖਣ ਲੱਗਾ ਕਿਉਂ ਤੂੰ ਆਪਣੇ ਪ੍ਰਾਣਾਂ ਦਾ ਖਾਤਮਾ ਕਰਨਾ ਚਾਹੁੰਦਾ ਗਏ। ਜੀਵਤ ਕਿਮ ਬਸੇਸ ਆਪਣੀ ਛਾਤੀ ਤੇ ਹੱਥ ਮਾਰ ਕੇ ਭਗਵਾਨ ਦਾਸ ਘੇਰੜ ਕਹਿੰਦਾ ਵੀ ਜਿੰਨਾ ਚਿਰ ਮੈਂ ਜਿਉਣਾ ਨਾ ਉਹਨਾਂ ਚਿਰ ਇੱਥੇ ਕੋਈ ਨਗਰ ਨਹੀਂ ਵਸ ਸਕਦਾ। ਇਸ ਤੋਂ ਬਾਅਦ ਅਹੰਕਾਰ ਕੋਈ ਬੰਦਾ ਕੀ ਕਰੇਗਾ, ਉਹ ਵੀ ਗੁਰੂ ਦੇ ਸਾਹਮਣੇ ਆ ਕੇ। ਤੇ ਮਹਾਰਾਜ ਸਾਹਿਬ ਨੇ ਬਾਣੀ ਚ ਆਖਿਆ ਹੰਕਾਰੀਆਂ ਤੇ ਨਿੰਦਕਾਂ ਵੱਲ ਗੁਰੂ ਆਪਣੀ ਕੰਡ ਕਰਕੇ ਰੱਖਦਾ। ਹੰਕਾਰੀਆਂ ਨਿੰਦਕਾਂ ਪਿੱਛ ਦੇ ਉਹ ਨਾਮਦੇਵ ਵਰਗਿਆਂ ਨੂੰ ਮੁੱਖ ਲਾਉਂਦਾ ਹੈ। ਛਾਤੀ ਤੇ ਹੱਥ ਮਾਰ ਕੇ ਭਗਵਾਨ ਦਾਸ ਘੇਰੜ ਕਹਿੰਦਾ ਜਿੰਨਾ ਚਿਰ ਮੈਂ ਜਿਉਣਾ ਇੱਥੇ ਕੋਈ ਵੀ ਬੰਦਾ ਨਗਰ ਨਹੀਂ ਵਸਾ ਸਕਦਾ। ਇਸ ਜਗ੍ਹਾ ਤੇ ਮੈਂ ਨਗਰ ਨਹੀਂ ਵਸਣ ਦਿਆਂਗਾ ਜੀ। ਜਹਾਂ ਕੋ ਸਮਝਤ ਨਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਆਂਦਾ ਤੂੰ ਸ਼ਾਹਜਹਾਨ ਨੂੰ ਜਾਣਦਾ ਨਹੀਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਦਸ਼ਾਹ ਦਾ ਡਰਾਵਾ। ਆਖਰ ਲੱਗਾ ਮੈਨੂੰ ਦੱਸ ਕਿ ਸ਼ਾਹਜਹਾਨ ਨੂੰ ਤੂੰ ਨਹੀਂ ਜਾਣਦਾ ਜੀ। ਮਰੇ ਕੈਦ ਕੇ ਮਾਹੀ। ਸੱਚੇ ਪਾਤਸ਼ਾਹ ਨੂੰ ਕਹਿੰਦਾ ਹੁਣ ਗੱਲਾਂ ਨੇ ਦੋ, ਤੂੰ ਹੁਣ ਸਾਡੇ ਨਾਲ ਪੰਗਾ ਲੈ ਲਿਆ। ਗੱਲਾਂ ਦੋ, ਜਾਂ ਤੇ ਤੈਨੂੰ ਬਾਦਸ਼ਾਹ ਕੈਦ ਕਰੇਗਾ ਜਾਂ ਮਾਰ ਦੇਗਾ। ਦੋ ਗੱਲਾਂ ਨੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਜਾਂ ਤੁਹਾਨੂੰ ਕੈਦ ਹੋ ਜਾਣੀ ਆ ਤੇ ਜਾਂ ਬਾਦਸ਼ਾਹ ਨੇ ਤੁਹਾਡੀ ਜ਼ਿੰਦਗੀ ਖਤਮ ਕਰ ਦੇਣੀ ਗਏ ਜੀ। ਗੋਬਿੰਦ ਸੁਨਤ ਹੁਣ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਵਚਨ ਸੁਣੋ, ਕਿਉਂਕਿ ਆਪਾਂ ਕੱਲ ਵੀ ਸੁਣਿਆ, ਕੱਲ ਵੀ ਕਠੋਰ ਬੋਲ ਕੇ ਗਿਆ, ਮਹਾਰਾਜ ਨੇ ਕੋਈ ਜਵਾਬ ਨਹੀਂ ਦਿੱਤਾ। ਪਰ ਸ੍ਰੀ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਵੀ ਕਹਿ ਗਏ ਜ਼ਫਰਨਾਮੇ 'ਚ, ਜਦੋਂ ਸਿਰ ਤੋਂ ਪਾਣੀ ਲੰਘ ਜਾਏ ਉਦੋਂ ਹਥਿਆਰ ਨੂੰ ਹੱਥ ਪਾ ਲੈਣਾ ਵੀ ਧਰਮਕ ਹੈ। ਖਾਲਸਾ ਜੀ ਜੇ ਜ਼ੁਲਮ ਕਰਨਾ ਪਾਪ ਆ ਤੇ ਜ਼ੁਲਮ ਸਹਿਣਾ ਵੀ ਪਾਪ ਆ। ਜੇ ਮਹਾਰਾਜ ਨੇ ਆਖਿਆ ਵੀ ਕੌੜੀਆਂ ਗੱਲਾਂ ਬੋਲ ਕੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਤੇ ਇਹਦਾ ਮਤਲਬ ਇਹ ਥੋੜਾ ਵੀ ਅਗਲਾ ਜੋ ਮਰਜ਼ੀ ਬੋਲ ਕੇ ਤੁਹਾਡਾ ਵੀ ਦਿਖਾਈ ਜਾਵੇ। ਗੁਰੂ ਨੇ ਆਖਿਆ ਨਹੀਂ, ਫਿਰ ਜੇ ਅਗਲਾ ਇੱਦਾਂ ਕਰ ਰਹੇ ਦੋ ਚਾਰ ਵਾਰੀ ਸੁਣੋ ਨਹੀਂ ਤੇ ਉਹਦੀ ਭਾਸ਼ਾ 'ਚ ਉਹਨੂੰ ਜਵਾਬ ਦਿਓ। ਅਗਲਾ ਦੂਜੀ ਵਾਰੀ ਫਿਰ ਗੱਲ ਕਰਨ ਤੋਂ ਪਹਿਲਾਂ ਸੋਚੇ ਤਾਂ ਸਹੀ ਨਾ ਵੀ ਜੇ ਮੈਂ ਆਹ ਕੀਤੀ ਤੇ ਜਵਾਬ ਅੱਗੋਂ ਆ ਜਾਣਾ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਕੀ ਕਹਿ ਰਹੇ, ਇਹਨੇ ਮਹਾਰਾਜ ਨੂੰ ਇੱਦਾਂ ਵਿੰਗੀਆਂ ਟੇਢੀਆਂ ਗੱਲਾਂ ਆਖੀਆਂ ਤੇ ਸੁਣ ਲਏ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸੁਣ ਕੇ ਭਗਵਾਨ ਦਾਸ ਨੂੰ ਕਹਿਣ ਲੱਗੇ ਗਨ ਚਹਿਤ ਕਿਉਂ ਮੂਡ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਮੂਰਖ ਬੰਦੇ, ਮੈਨੂੰ ਐਂ ਲੱਗਦਾ ਵੀ ਜਿਵੇਂ ਤੂੰ ਆਪਣੇ ਆਪ ਹੁਣ ਮਰਨ ਵਾਸਤੇ ਹਾਜ਼ਰ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਦੀ ਜ਼ੁਰਤ ਵੇਖੋ, ਬਾਦਸ਼ਾਹ ਦਾ ਬੰਦਾ ਗਏ ਤੇ ਉਹਨੂੰ ਇਦਾਂ ਕਹਿ ਦੇਣਾ ਅੱਗੋਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਮੂਰਖ ਬੰਦੇ ਮੈਨੂੰ ਦੱਸ ਕਿਉਂ ਆਪਣੀ ਮੌਤ ਨੂੰ ਆਵਾਜ਼ਾਂ ਮਾਰਦਾ ਪਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਗਵਾਨ ਦਾਸ ਤੂੰ ਕਿਉਂ ਮਰਨਾ ਚਾਹੁੰਦਾ ਕਹਿੰਦੇ। ਜਹਾਂ ਰਹੇ ਹੈ ਕਿਸ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਕਹਿੰਦੇ ਬਾਦਸ਼ਾਹ ਤੇ ਲਾਹੌਰ ਰਹਿੰਦਾ ਤੇ ਪਤਾ ਨਹੀਂ ਦਿੱਲੀ ਚਲੇ ਗਿਆ ਹੋਵੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਦਸ਼ਾਹ ਬੜੀ ਦੂਰ ਰਹਿੰਦਾ ਹੀ ਇੱਥੋਂ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਕਹਿੰਦੇ ਬਾਦਸ਼ਾਹ ਬਹੁਤ ਦੂਰ ਰਹਿੰਦਾ ਗਏ ਦੀ। ਤੇ ਇਹ ਯਾਦ ਰੱਖ ਜਿੱਦਾਂ ਦੀਆਂ ਤੂੰ ਗੱਲਾਂ ਕਰਦਾ ਇੱਥੇ ਆ ਕੇ ਬਾਦਸ਼ਾਹ ਨੇ ਛਡਾਉਣਾ ਨਹੀਂ ਤੈਨੂੰ, ਇਹ ਯਾਦ ਰੱਖੋ। ਅਸੀਂ ਕਥਾ ਜਦੋਂ ਪੜ੍ਹ ਰਹੇ ਸਨ ਉੱਥੇ ਕਮਰੇ 'ਚ ਤੇ ਬਾਪੂ ਜੀ ਵੀ ਨਾਲ ਬੈਠੇ, ਹੋਰ ਵੀ ਸਿੰਘ, ਅਸੀਂ ਇਹੀ ਵਿਚਾਰ ਕਰ ਰਹੇ ਸਾਂ ਵੀ ਪ੍ਰਸੰਗ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦਾ ਵਾ ਤੇ ਗੁਸਤਾਖੀ ਦੀ ਖਿਮਾ ਇਹਦੇ 'ਚੋਂ ਹਾਲਤ ਅੱਜ ਦੀ ਵੀ ਬਿਆਨ ਹੁੰਦੀ ਆ। ਉਹ ਜਿਹੜੇ ਵੱਡੇ ਆਗੂ ਨੇ ਆਪਣੇ ਬੰਗਲਿਆਂ 'ਚ ਬੈਠੇ ਆ ਸਾਰੀਆਂ ਪਾਰਟੀਆਂ ਦੇ, ਤੇ ਪਿੰਡਾਂ 'ਚ ਲੋਕ ਇੱਕ ਦੂਜੇ ਦਾ ਕਿਸੇ ਸਿਰ ਪਾੜਦਾ ਕਿਸੇ ਬਾਂਹ ਵੱਢਦੀ ਇੱਦਾਂ ਹੁੰਦਾ ਫਿਰਦਾ ਵਾ। ਉਹ ਨਹੀਂ ਕਿਸੇ ਗੱਲ 'ਚ ਆਉਂਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਹਿਲਾਂ ਹੀ ਸਮਝਾ ਗਏ ਆ। ਮਹਾਰਾਜ ਨੇ ਆਖਿਆ ਭਗਵਾਨ ਦਾਸ ਬਾਦਸ਼ਾਹ ਇੱਥੇ ਨਹੀਂ ਹੈਗਾ, ਐਵੇਂ ਬਾਦਸ਼ਾਹ ਦੇ ਸਿਰ ਦੇ ਤਿੰਗੜੀ ਨਾ ਦਾ। ਬਾਦਸ਼ਾਹ ਤੇ ਬੜੇ ਦੂਰ ਬੈਠਾ ਵਾ, ਇੱਥੇ ਛਡਾਉਣਾ ਨਹੀਂ ਤੈਨੂੰ ਬਾਦਸ਼ਾਹ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਦਸ਼ਾਹ ਨੇ ਇੱਥੇ ਆ ਕੇ ਹਾਜ਼ਰ ਵੀ ਨਹੀਂ ਹੋਣਾ ਜੀ। ਇੱਥੋਂ ਤੱਕ ਮਹਾਰਾਜ ਨੇ ਫਿਰ ਕਹਿ ਦਿੱਤਾ ਹੁਣ ਭਗਵਾਨ ਦਾਸ ਜੇ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ ਨਾ ਤੇ ਜਿੱਦਾਂ ਤੂੰ ਗੁਰੂ ਘਰ ਦੇ ਵਿਰੋਧ ਬੋਲ ਦਿੱਤਾ ਹੈ ਨਾ, ਹੁਣ ਨੇਤਰਾਂ ਤੋਂ ਪਰੇ ਚਲੇ ਜਾ ਤੇ ਤੇਰੀ ਜਾਨ ਬਚ ਜਾਏਗੀ। ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਹੰਕਾਰ ਨਹੀਂ ਕਹਿਣਾ, ਗੁੱਸਾ ਨਹੀਂ ਕਹਿਣਾ, ਇਹ ਉਹਦੀਆਂ ਗੱਲਾਂ ਦਾ ਜਵਾਬ ਅਗੇ, ਇਹ ਜ਼ੁਰਤ ਅਗੇ, ਬਹਾਦਰਤਾ ਅਗੇ। ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਡਰਪੋਕ ਨਹੀਂ ਬਣਾਇਆ। ਗੁਰੂ ਨੇ ਕਾਇਰ ਬੁੱਝ ਦਿਲ ਬੇਗੈਰਤ ਨਹੀਂ ਬਣਾਇਆ ਵੀ ਅਗਲਾ ਜੋ ਮਰਜ਼ੀ ਬੋਲ ਕੇ ਚਲਿਆ ਜਾਏ।
ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਭਗਵਾਨ ਦਾਸ ਤੇ ਪ੍ਰਾਣ ਚਾਹੀਦੇ ਆ ਤੇ ਮੇਰੇ ਨੇਤਰਾਂ ਤੋਂ ਪਰੇ ਹੋ ਜਾ। ਮਹਾਰਾਜ ਸਾਹਿਬ ਜੀ ਕਹਿੰਦੇ ਨੇਤਰਾਂ ਤੋਂ ਦੂਰ ਚਲਿਆ ਜਾ ਜੀ। ਆਵਨ ਇਤ ਕੋ ਕਬ ਕਰੋ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਭਗਵਾਨ ਦਾਸ ਜੇ ਪ੍ਰਾਣ ਚਾਹੀਦੇ ਆ ਅੱਜ ਮੇਰੀਆਂ ਅੱਖਾਂ ਤੋਂ ਸਾਹਮਣੇ ਪਰੇ ਹੋ ਜਾ ਤੇ ਉਦੋਂ ਬਾਅਦ ਇੱਧਰ ਨਾ ਆਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਪਾਸੇ ਨਾ ਆਉਣਾ ਕਰੀ ਜੀ। ਸੋ ਭਰੋਸੇ ਮੈਂ ਮਰ ਜੀ। ਬਾਦਸ਼ਾਹ ਨੇ ਫਿਰ ਮੁੜ ਕੇ ਆਖਿਆ ਬਾਦਸ਼ਾਹ ਦੇ ਭਰੋਸੇ 'ਚ ਤੂੰ ਮਾਰਿਆ ਜਾਣਾ ਹੀ। ਬਾਦਸ਼ਾਹ ਤੇ ਲਾਹੌਰ ਬੈਠਾ ਤੂੰ ਉਹਦੇ ਸਿਰ ਤੇ ਇੰਨਾ ਹੰਕਾਰ ਕਰੀ ਜਾਣਾ ਵੀ ਬਾਦਸ਼ਾਹ ਮੇਰੀ ਮਦਦ ਕਰੇਗਾ। ਜੇ ਉਹਨੇ ਮਦਦ ਕਰ ਵੀ ਦਿੱਤੀ ਜਿੰਨੇ ਚਿਰ ਨੂੰ ਉਹਨੇ ਪਹੁੰਚਣਾ ਉਹਨੇ ਚਿਰ ਨੂੰ ਤੇਰਾ ਰਾਮ ਨਾਮ ਸਤ ਹੋ ਜਾਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਭਗਵਾਨ ਦਾਸ ਤੂੰ ਬਾਦਸ਼ਾਹ ਦੇ ਭਰੋਸੇ ਵਿੱਚ ਮਾਰਿਆ ਜਾਣਾ ਕਹਿ ਜੀ। ਡਰੇ ਤੁਰਕ ਬਦ। ਔਰ ਅਗਲੀ ਗੱਲ ਮਹਾਰਾਜ ਨੇ ਆਖੀ ਜੇ ਤੂੰ ਬਾਦਸ਼ਾਹ ਦਾ ਡਰਾਵਾ ਦੇਣਾ ਹੈ ਤੇ ਅਸੀਂ ਬਾਦਸ਼ਾਹ ਤੋਂ ਵੀ ਨਹੀਂ ਡਰਦੇ। ਮਹਾਰਾਜ ਸਾਹਿਬ ਨੇ ਆਖਿਆ ਜੇ ਬਾਦਸ਼ਾਹ ਸਾਹਮਣੇ ਆ ਗਿਆ ਤੇ ਨਾਸ ਉਹਨਾਂ ਦਾ ਵੀ ਕਰ ਦਿਆਂਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਾਦਸ਼ਾਹ ਦੀ ਵੀ ਹੱਤਿਆ ਕਰ ਦਿਆਂਗੇ ਦੀ। ਢੇੜ ਕਰ ਕ੍ਰੋਧ ਵਖਾਨ। ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਸੁਣ ਕੇ ਭਗਵਾਨ ਦਾਸ ਗੁੱਸੇ 'ਚ ਆ ਗਿਆ। ਇਹ ਆਪਣੇ ਆਪ ਨੂੰ ਨੀਤੀਵਾਨ ਸਮਝਦਾ ਸੀ ਪਰ ਇਹਨਾਂ ਗੱਲਾਂ ਦੀ ਰਾਜਨੀਤੀ ਵੀ ਆਗਿਆ ਨਹੀਂ ਦਿੰਦੀ। ਨੀਤੀ ਇਹ ਗੱਲ ਕਹਿੰਦੀ ਵੀ ਜੇ ਅਗਲੇ ਬਹੁਤੇ ਹੋ ਜਾਣ ਤੇ ਤੁਹਾਨੂੰ ਪਾਸਾ ਵੱਟ ਲੈਣਾ ਚਾਹੀਦਾ। ਜੇ ਨੀਤੀਵਾਨ ਵੀ ਹੁੰਦਾ ਤੇ ਚੁੱਪ ਕਰਕੇ ਚਲਿਆ ਜਾਂਦਾ। ਉੱਥੇ ਸਿਰ ਡਾਉਣ ਦਾ ਕੋਈ ਫਾਇਦਾ ਨਹੀਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਸੁਣ ਕੇ ਇਹਨੂੰ ਕ੍ਰੋਧ ਆ ਗਿਆ ਜੀ ਹੋਰ। ਤੇ ਕ੍ਰੋਧ ਆ ਕੇ ਮਹਾਰਾਜ ਜੀ ਨੂੰ ਹੋਰ ਬੋਲਣ ਲੱਗ ਪਿਆ ਕਹੇ ਦੀ। ਨਾ ਸ਼ਾਹ ਜਹਾਂ ਤੋ ਜਾਣ। ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਰ ਲੱਗਾ ਤੂੰ ਹਾਲੇ ਵੀ ਬਾਦਸ਼ਾਹ ਨੂੰ ਜਾਣਦਾ ਨਹੀਂ। ਭਗਵਾਨ ਦਾਸ ਕਹਿੰਦਾ ਗੁਰੂ ਸਾਹਿਬ ਨੂੰ ਆਖਰ ਲੱਗਾ ਤੂੰ ਹਾਲੇ ਵੀ ਬਾਦਸ਼ਾਹ ਨੂੰ ਨਹੀਂ ਜਾਣਦਾ ਜੀ। ਤੇ ਆਦੀ ਰਾਤ ਪਿਲਹਾਈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਚੇਤਾ ਭੁੱਲ ਗਏ ਬਾਦਸ਼ਾਹ ਨੇ ਤੁਹਾਨੂੰ ਅੰਮ੍ਰਿਤਸਰ ਅੱਧੀ ਰਾਤ ਭਜਾਇਆ ਸੀ। ਅੱਧੀ ਰਾਤ ਨੂੰ ਇਹਦੀਆਂ ਫੌਜਾਂ ਨੇ ਆ ਕੇ ਹਮਲਾ ਕੀਤਾ ਸੀ ਨਾ। ਹਾਲਾਂਕਿ ਗੁਰੂ ਸਾਹਿਬ ਭੱਜੇ ਨਹੀਂ ਇਹਨਾਂ ਦਾ ਖਾਤਮਾ ਕਰਕੇ ਫਿਰ ਗਏ ਸੀ। ਪਰ ਗੱਲਾਂ ਕਰਨ ਵਾਲੇ ਲੋਕ ਜਿਹੜੇ ਹੁੰਦੇ ਆ ਨਾ ਉਹਨਾਂ ਨੂੰ ਇੱਕ ਨਿੱਕਾ ਜਿਹਾ ਪੁਆਇੰਟ ਮਿਲਣਾ ਚਾਹੀਦਾ ਹੈ। ਗੱਲ ਨੂੰ ਤੇ ਬੜੀ ਲੰਬੀ ਚੌੜੀ ਕਰ ਦਿੰਦੇ ਲੋਕ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਤੁਹਾਨੂੰ ਚੇਤਾ ਭੁੱਲ ਗਏ ਬਾਦਸ਼ਾਹ ਨੇ ਤੁਹਾਨੂੰ ਅੱਧੀ ਰਾਤ ਵੇਲੇ ਭਜਾ ਦਿੱਤਾ ਸੀ ਜੀ। ਵਿਆਹ ਸਮਾਜ ਲਟਾਇਓ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਤੁਸੀਂ ਆਪਣੀ ਬੇਟੀ ਦਾ ਵਿਆਹ ਰੱਖਿਆ ਸੀ ਤੇ ਅਗਲੇ ਤੁਹਾਡਾ ਉਹ ਵੀ ਸਮਾਨ ਲੁੱਟ ਕੇ ਲੈ ਗਏ। ਮਹਾਰਾਜ ਨੂੰ ਕਹਿ ਰਿਹਾ ਭਗਵਾਨ ਦਾਸ ਜਦੋਂ ਇਦਾਂ ਦੀਆਂ ਗੱਲਾਂ ਕਹੇਗਾ ਫਿਰ ਮੌਤ ਤੇ ਆਏਗੀ। ਸਾਹਿਬਾਂ ਨੂੰ ਕਹਿੰਦਾ ਤੁਹਾਡਾ ਸਮਾਨ ਹੀ ਲੁੱਟ ਕੇ ਲੈ ਗਏ ਖਾਨ। ਨੀਚ ਕਿਉਂ ਹੂੰ ਬਚ ਰਹੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਮਸਾਂ ਮਸਾਂ ਤੁਸੀਂ ਆਪਣੀ ਜਾਨ ਬਚਾਈ ਉੱਤੇ। ਮਸਾਂ ਮਸਾਂ ਤੁਸੀਂ ਆਪਣੇ ਪ੍ਰਾਣਾਂ ਨੂੰ ਬਚਾ ਸਕੇ ਹੋ ਜੀ। ਮੈਂ ਕਿਨਹੋਂ ਨਾ ਲਹਿਓ। ਸੱਚੇ ਪਾਤਸ਼ਾਹ ਨੂੰ ਕਹਿੰਦਾ ਜੇ ਰਾਤ ਦਾ ਹਨੇਰਾ ਨਾ ਹੁੰਦਾ ਤੇ ਵੱਜਦੇ ਤੁਸੀਂ ਮਨਾ। ਇਹਨੂੰ ਬੰਦਾ ਪੁੱਛਣ ਵਾਲਾ ਹੋਵੇ ਜੰਗ ਤੇ ਸਵੇਰੇ ਮਹਾਰਾਜ ਨੇ ਕੀਤੀ ਆ ਪਰ ਇਦਾਂ ਕਹਿ ਰਹੇ ਕਹਿੰਦਾ ਜੇ ਰਾਤ ਦਾ ਹਨੇਰਾ ਨਾ ਹੁੰਦਾ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਤੁਸੀਂ ਵੀ ਨਾ ਵੱਜਦੇ ਜੀ। ਸਰੋਵਰ ਸਦਨ ਸ਼ਨਾਏ। ਸਤਿਗੁਰੂ ਮਹਾਰਾਜ ਨੂੰ ਕਹਿੰਦਾ ਤੁਸੀਂ ਅੰਮ੍ਰਿਤ ਸਰੋਵਰ ਵੀ ਗਵਾ ਲਿਆ ਹਰਿਮੰਦਰ ਵੀ ਗਵਾ ਲਿਆ ਅੰਮ੍ਰਿਤਸਰ ਵੀ ਗਵਾ ਲਿਆ ਤੇ ਘਰ ਵੀ ਗਵਾ ਲਿਆ। ਬਾਦਸ਼ਾਹ ਨੇ ਤੁਹਾਨੂੰ ਉਸ ਜਗ੍ਹਾ ਤੋਂ ਭਜਾ ਦਿੱਤਾ ਕਿ ਜੀ। ਸਿੱਖ ਬਪਰੇ ਮਰਵਾਏ। ਤੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਵਿਚਾਰੇ ਸਿੱਖ ਵੀ ਮਰਵਾ ਦਿੱਤੇ। ਵਿਚਾਰੇ ਸਿੱਖਾਂ ਦਾ ਤੁਸੀਂ ਕਤਲ ਕਰਾ ਦਿੱਤਾ ਵਾ। ਵਿਚਾਰੇ ਸਿੱਖਾਂ ਦੀ ਤੁਸਾਂ ਨੇ ਹੱਤਿਆ ਕਰਵਾ ਦਿੱਤੀ ਗਏ ਦੀ। ਭਗਵਾਨ ਦਾਸ ਘੀਰੜ ਸਾਹਿਬਾਂ ਨੂੰ ਕਹਿੰਦਾ ਇਦਾਂ ਦੀ ਹਾਲਤ ਹੋ ਗਈ ਤੇ ਤੁਸੀਂ ਹਾਲੇ ਵੀ ਨਹੀਂ ਸਮਝਦੇ ਪਏ। ਮਹਾਰਾਜ ਸਾਹਿਬ ਨੂੰ ਕਹਿੰਦਾ ਆਹ ਤੁਹਾਡੀ ਹਾਲਤ ਬਾਦਸ਼ਾਹ ਨੇ ਕੀਤੀ ਤੁਸੀਂ ਅਜੇ ਵੀ ਨਹੀਂ ਸਮਝਦੇ ਪਏ ਜੀ। ਸੱਚੇ ਪਾਤਸ਼ਾਹ ਨੂੰ ਕਹਿੰਦਾ ਤੁਸੀਂ ਇੱਥੇ ਆ ਕੇ ਨਵੀਂ ਲੜਾਈ ਪੈਦਾ ਕਰ ਰਹੇ ਹੋ। ਇੱਥੇ ਆ ਕੇ ਨਵਾਂ ਕੀ ਝਗੜਾ ਪੈਦਾ ਕਰਦੇ ਗੋ ਜੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਹੁਣ ਤੁਹਾਨੂੰ ਬਾਦਸ਼ਾਹ ਨੇ ਛੱਡਣਾ ਨਹੀਂ। ਭਗਵਾਨ ਦਾਸ ਘੀਰੜ ਗੁਰੂ ਜੀ ਨੂੰ ਕਹਿੰਦਾ ਏ ਆਖਰ ਲੱਗਾ ਵੇਖੋ ਤੁਹਾਨੂੰ ਹੁਣ ਬਾਦਸ਼ਾਹ ਨੇ ਜਿਉਂਦਾ ਨਹੀਂ ਛੱਡਣਾ ਦੀ। ਕਹਿੰਦਾ ਬਸ ਮੈਂ ਹੀ ਤੁਹਾਡਾ ਭਲਾ ਕਰ ਰਿਹਾ ਵੀ ਬਾਦਸ਼ਾਹ ਦੇ ਕੋਲ ਨਹੀਂ ਜਾਂਦਾ ਪਿਆ। ਜੇ ਚਲਿਆ ਜਾਂਦਾ ਤੇ ਹੁਣ ਤੱਕ ਤੇ ਬਾਦਸ਼ਾਹ ਦੀਆਂ ਫੌਜਾਂ ਆ ਗਈਆਂ ਹੁੰਦੀਆਂ ਤੇ ਬਾਦਸ਼ਾਹ ਸ਼ਾਹੋ ਜਹਾਨ ਤੁਹਾਡੇ ਪ੍ਰਾਣਾਂ ਦਾ ਅੰਤ ਕਰਕੇ ਰੱਖ ਦਿੰਦਾ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫੇਰ ਸਮਝਾਉਂਦੇ ਇਹਨੂੰ ਬੜੀ ਇਕਾਗਰਤਾ ਨਾਲ ਸਮਝੋ ਵੀ ਗੁਰੂ ਦਾ ਹਿਰਦਾ ਕਿੱਡਾ ਵੱਡਾ ਹੈ। ਗੁਰੂ ਤੇ ਹਰ ਵਾਰੀ ਬੰਦੇ ਨੂੰ ਸਮਝਾਉਂਦਾ ਗਏ। ਗੁਰੂ ਦਾ ਸਿੱਖ ਵੀ ਸਮਝਾਉਂਦਾ ਜਦੋਂ ਸਮਝਣ ਸਮਝਾਉਣ ਤੋਂ ਗਾਂ ਗੱਲ ਲੰਘ ਜਾਂਦੀ ਆ
ਫਿਰ ਅਗਲੇ ਪਾਸੇ ਵੀ ਕੋਈ ਕਦਮ ਰੱਖਿਆ ਜਾਂਦਾ ਹੈ। ਇੰਨੀਆਂ ਕੁ ਜਦੋਂ ਗੱਲਾਂ ਕੀਤੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਾਦਸ਼ਾਹ ਇਹਨੂੰ ਭਗਵਾਨ ਦਾਸ ਘੇਰੜ ਨੂੰ ਫਿਰ ਸਮਝਾਉਣ ਲੱਗੇ ਹਨ। ਸਮਝ ਰਹੇ ਜਿਨ ਭਾਵੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਗਵਾਨ ਦਾਸ ਅਸੀਂ ਤੈਨੂੰ ਫਿਰ ਕਹਿੰਨੇ ਆ ਵੀ ਜੋ ਅਸੀਂ ਗੱਲਾਂ ਕਹਿ ਰਹੇ ਆ ਨਾ ਤੂੰ ਉਹਨਾਂ ਨੂੰ ਸਮਝ ਤੇ ਘਰੇ ਜਾ ਕੇ ਬਹਿ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੋ ਤੈਨੂੰ ਕਹਿ ਰਹੇ ਆ ਕਿ ਭਗਵਾਨ ਦਾਸ ਉਹਨਾਂ ਗੱਲਾਂ ਨੂੰ ਸਮਝ ਤੇ ਆਪਣੇ ਟੱਬਰ ਵਿੱਚ ਜਾ ਕੇ ਬਹਿ ਜੀ। ਜਹਾਂ ਸੰਗ ਮੇਰੋ ਝਗੜਾ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਦਸ਼ਾਹ ਦੇ ਨਾਲ ਸਾਡਾ ਝਗੜਾ ਵਾ ਤੇ ਸਾਡੇ ਨਾਲ ਬਾਦਸ਼ਾਹ ਦਾ ਝਗੜਾ ਵਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸਾਡਾ ਤੇ ਬਾਦਸ਼ਾਹ ਦਾ ਆਪਸ ਵਿੱਚ ਝਗੜਾ ਕੇ ਜੀ। ਲਖੇ ਕਹਿ ਸੋ ਹਮ ਤੇ ਮਹਾਰਾਜ ਕਹਿੰਦੇ ਤੇਰੀ ਵਿਚੋਲ ਪੁਣੇ ਦੀ ਲੋੜ ਨਹੀਂ, ਬਾਦਸ਼ਾਹ ਵੀ ਜਾਣਦਾ ਤੇ ਅਸੀਂ ਵੀ ਜਾਣਦੇ ਹਾਂ, ਤੈਨੂੰ ਜਾ ਕੇ ਦੱਸਣ ਦੀ ਲੋੜ ਹੀ ਨਹੀਂਗੀ। ਤੂੰ ਤੇ ਤਾਂ ਦੱਸੇ ਨਾ ਵੀ ਜੇ ਬਾਦਸ਼ਾਹ ਨੂੰ ਸਾਡੇ ਬਾਰੇ ਪਤਾ ਨਾ ਹੋਵੇ ਤੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਬਾਦਸ਼ਾਹ ਨੂੰ ਸਾਡੇ ਬਾਰੇ ਪਤਾ ਹੈ ਤੇ ਸਾਨੂੰ ਬਾਦਸ਼ਾਹ ਬਾਰੇ ਪਤਾ ਵਾ। ਬਾਦਸ਼ਾਹ ਨੂੰ ਪਤਾ ਸਾਡੇ ਨਾਲੋਂ ਦਾ ਝਗੜਾ ਵਾ ਤੇ ਸਾਡਾ ਬਾਦਸ਼ਾਹ ਦੇ ਨਾਲ ਝਗੜਾ ਗਏ ਦੀ। ਕਲਪਤ ਮੂਡ ਗਵਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਝਗੜਾ ਸਾਡਾ ਬਾਦਸ਼ਾਹ ਦੇ ਨਾਲ ਆ ਤੇ ਤੂੰ ਇੱਥੇ ਐਵੇਂ ਕਲਪੀ ਜਾਣਾ ਤੀਜੀ ਥਾਂ ਤੇ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਤੇਰੇ ਕਲਪਣ ਦਾ ਕੋਈ ਫਾਇਦਾ ਨਹੀਂ। ਪੁਰਾਣੇ ਸਮੇਂ ਵਿੱਚ ਨਾ ਬਜ਼ੁਰਗਾਂ ਨੇ ਇੱਕ ਅਖਾਣ ਬਣਾਇਆ ਸੀ, ਮੁਹਾਵਰਾ ਕਹਿ ਲੋ, ਪੜ੍ਹਦੇ ਅਸੀਂ ਵੀ ਰਹੇ ਆ ਨਿੱਕੇ ਹੁੰਦੇ, ਉਦੋਂ ਐਵੇਂ ਲੱਗਦਾ ਸੀ ਵੀ ਜਿਵੇਂ ਐਵੇਂ ਬੇਫਾਇਦਾ ਹੁੰਦਾ ਵਾ, ਪਰ ਜਿਵੇਂ ਜਿਵੇਂ ਹੁਣ ਅੱਗੇ ਸ਼ਾਇਦ ਪੜ੍ਹਿਆ ਫਿਰ ਸਮਝਿਆ ਵੀ ਨਹੀਂ ਇਹਦਾ ਕੋਈ ਮਤਲਬ ਹੈ। ਸਿੱਧਾ ਜਿਹਾ ਕਹਿ ਦਿੰਦੇ ਸਨ ਬਜ਼ੁਰਗ, ਜਦੋਂ ਦੋ ਵੱਡੇ ਬੰਦਿਆਂ ਦੀ ਲੜਾਈ ਹੋਣੀ ਅਸੀਂ ਨਿੱਕੇ ਹੋਣਾ ਤੇ ਵਿੱਚ ਆਉਣਾ ਤੇ ਉਹਨਾਂ ਕਹਿਣਾ ਸਾਨਾਂ ਦੇ ਭੇੜ 'ਚ ਨਹੀਂ ਆਈਦਾ, ਤੇ ਉਦੋਂ ਸਮਝੀਦਾ ਸੀ ਵੀ ਪਤਾ ਨਹੀਂ ਐਵੇਂ ਹੀ ਕਿਹਾ ਵਾ। ਹੁਣ ਪਤਾ ਲੱਗਾ ਵੀ ਜੇ ਉਹਨਾਂ ਦੇ ਭੇੜ 'ਚ ਆ ਗਿਆ ਨਾ ਉਹ ਤੇ ਬਰਾਬਰ ਦੇ ਆ, ਉਹਨਾਂ ਤੇ 2-4 ਘੰਟੇ ਭਿੜ ਕੇ ਇੱਕ ਦੂਜੇ ਦਾ ਸਿਰ ਪਾੜ ਕੇ ਹਟ ਦੇਣਾ ਤੇ ਫਿਰ ਠੀਕ ਹੋਣਗੇ, ਪਰ ਜੇ ਤੂੰ ਵਿੱਚ ਆ ਗਿਆ ਤੇ ਤੇਰਾ ਕਜੂਮਰ ਕੱਢ ਦੇਣਗੇ। ਤੂੰ ਨਾ ਉਹਨਾਂ ਦੇ ਭੇੜ 'ਚ ਆ, ਉਹਨਾਂ ਭਿੜ ਭੁੜ ਕੇ ਆਪੇ ਹਟ ਜਾਣਾ ਤੇ ਠੀਕ ਵੀ ਹੋ ਜਾਣਾ ਹੈ। ਸਿਆਣੇ ਬੰਦੇ ਕਹਿੰਦੇ ਜਦੋਂ ਵੱਡੇ ਲੈਵਲ ਤੇ ਗੱਲ ਹੋਵੇ ਨਾ ਨਿੱਕੇ ਬੰਦੇ ਨੂੰ ਵਿੱਚ ਬੋਲਣਾ ਨਹੀਂ ਚਾਹੀਦਾ। ਕਾਰਨ ਇਹ ਆ ਵੀ ਉਹਨਾਂ ਉਤਲਿਆਂ ਨੇ ਫਿਰ ਲੜ ਲੁੜ ਕੇ ਇੱਕ ਦੂਜੇ ਤੇ ਹੋ ਜਾਣਾ ਵਾ। ਜੇ ਸਾਡੇ ਵਰਗਾ ਵਿੱਚ ਆ ਗਿਆ ਤੇ ਉਹ ਦੋਵਾਂ ਪਾਸਿਆਂ ਤੋਂ ਗਿਆ, ਕਿਸੇ ਪਾਸੇ ਜੋਗਾ ਨਹੀਂ। ਮਹਾਰਾਜ ਸਾਹਿਬ ਭਗਵਾਨ ਦਾਸ ਨੂੰ ਇਹੀ ਗੱਲ ਕਹਿ ਰਹੇ ਆ, ਕਹਿੰਦੇ ਭਗਵਾਨ ਦਾਸ ਜੰਗ ਹੈਗੀ ਆ ਵੱਡੇ ਲੈਵਲ ਦੀ, ਇੱਧਰ ਗੁਰੂ ਨਾਨਕ ਦਾ ਘਰ ਆ ਤੇ ਉਧਰ ਬਾਦਸ਼ਾਹੀ ਆ। ਬਾਦਸ਼ਾਹੀ ਤੇ ਪਾਤਸ਼ਾਹੀ ਦੀ ਟੱਕਰ ਆਪਸ ਵਿੱਚ, ਪਾਤਸ਼ਾਹ ਤੇ ਬਾਦਸ਼ਾਹ ਲੜਦੇ ਆ ਤੇ ਭਗਵਾਨ ਦਾਸ ਤੂੰ ਐਵੇਂ ਨਾ ਕਲਪੀ ਜਾ, ਤੈਨੂੰ ਨਹੀਂ ਵਿੱਚ ਆਉਣ ਦਾ ਪੈਦਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਤੂੰ ਆਪਣੇ ਘਰ ਵਿੱਚ ਜਾ ਕੇ ਬਹਿਣਾ ਕਰ ਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਵੀ ਇਹ ਜੰਗ ਕਿਹੜੇ ਲੈਵਲ ਤੇ ਹੋ ਰਹੀ ਆ। ਮਹਾਰਾਜ ਸਾਹਿਬ ਨੇ ਆਖਿਆ ਤੂੰ ਨਹੀਂ ਇਹਨਾਂ ਗੱਲਾਂ ਨੂੰ ਜਾਣਦਾ ਵੀ ਇਹ ਲੜਾਈ ਕਿਹੜੇ ਲੈਵਲ ਤੇ ਹੋ ਰਹੀ ਹੈ, ਜਰਾ ਖਿਆਲ ਕਰੋ ਖਾਂ। ਅੱਜ ਵੀ ਸਾਡੇ ਪਿੰਡਾਂ 'ਚ ਇਦਾਂ ਹੁੰਦਾ ਹੈ ਕਿ ਨਹੀਂ ਹੁੰਦਾ? ਲੜਾਈ ਕਿਸੇ ਹੋਰ ਦੀ ਹੁੰਦੀ ਆ, ਅਸੀਂ ਆਪਣੀ ਗਲੀ ਵਿੱਚ ਐਵੇਂ ਵਾਰ ਪਾ ਕੇ ਬੈਠੇ ਹੁੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਭਗਵਾਨ ਦਾਸ ਤੈਨੂੰ ਇਹਨਾਂ ਗੱਲਾਂ ਦਾ ਨਹੀਂ ਗਿਆਨ ਦੀ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਲੜਾਈ ਸਾਡੀ ਬਾਦਸ਼ਾਹ ਦੇ ਨਾਲ ਆ, ਤੂੰ ਵਾਰ-ਵਾਰ ਮੁੜ ਆਉਣਾ ਹੈ ਤੇ ਅਸੀਂ ਤੇਰੇ ਤੇ ਹਲੇ ਕਿਰਪਾ ਕਰੀ ਜਾਂਦੇ ਹੀ ਕਿ ਭਗਵਾਨ ਦਾਸ ਹਾਲੇ ਤੱਕ ਅਸੀਂ ਤੈਨੂੰ ਬਖਸ਼ੀ ਜਾਂਦੇ ਪਏ ਕਾਂ ਦੀ। ਤੇ ਭਗਵਾਨ ਦਾਸ ਬਾਦਸ਼ਾਹ ਦਾ ਤੇ ਪਤਾ ਨਹੀਂ, ਪਰ ਜੇ ਤੂੰ ਏਦਾਂ ਵਾਰ-ਵਾਰ ਕੇ ਆਉਂਦਾ ਰਿਹਾ ਤੇ ਤੇਰਾ ਜ਼ਰੂਰ ਅੰਤ ਹੋ ਜਾਣਾ ਹੈ। ਮਹਾਰਾਜ ਸਾਹਿਬ ਨੇ ਆਖਿਆ ਭਗਵਾਨ ਦਾਸ ਤੇਰੀ ਜ਼ਰੂਰ ਮੌਤ ਹੋ ਜਾਣੀ ਗਏ ਜੀ। ਸਤਿਗੁਰੂ ਹਰਗੋਬਿੰਦ ਸਾਹਿਬ ਨੇ ਸਪਸ਼ਟ ਇਹਨੂੰ ਆਖਿਆ, ਕਹਿੰਦੇ ਭਗਵਾਨ ਦਾਸ ਹੁਣ ਆਪਣੇ ਜ਼ਬਾਨ ਨੂੰ ਲਗਾਮ ਦੇ। ਆ ਜਿਹੜੀਆਂ ਗੱਲਾਂ ਤੋਂ ਵਾਰ-ਵਾਰ ਕੌੜੀਆਂ ਕਹਿਣਾ ਨਾ, ਹੱਦੋਂ ਵੱਧ ਵੀ ਕਿਸੇ ਨੂੰ ਸਤਾ ਨਹੀਂ ਦਈਦਾ ਹੁੰਦਾ। ਮਹਾਰਾਜ ਸਾਹਿਬ ਨੇ ਆਖਿਆ ਆਪਣੀ ਜ਼ਬਾਨ ਨੂੰ ਲਗਾਮ ਦੇ। ਭਗਵਾਨ ਦਾਸ ਇਦਾਂ ਦੀਆਂ ਗੱਲਾਂ ਮੁੜ ਕੇ ਨਾ ਬੋਲਣਾ ਕਰ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਗਵਾਨ ਦਾਸ ਕਿਤੇ ਇਦਾਂ ਨਾ ਹੋਵੇ ਵੀ ਬਾਦਸ਼ਾਹ ਦੇ ਨਾਲ ਤੇ ਜੰਗ ਦਾ ਅਖਾੜਾ ਬਾਅਦ ਵਿੱਚ ਲੱਗਣਾ, ਤੇਰੇ ਨਾਲ ਪਹਿਲਾਂ ਲੱਗ ਜਾਏ। ਮਹਾਰਾਜ ਸਾਹਿਬ ਨੇ ਆਖਿਆ ਕਿਤੇ ਇਦਾਂ ਨਾ ਹੋਵੇ ਕਿ ਬਾਦਸ਼ਾਹ ਦੀ ਜਗ੍ਹਾ ਤੇ ਤੂੰ ਹੀ ਰਗੜਿਆ ਜਾਂਦਾ ਹੋਵੇਂ ਜੀ। ਇੱਥੋਂ ਤੱਕ ਮਹਾਰਾਜ ਨੇ ਫੇਰ ਸਮਝਾਏ ਸੰਗਤ ਦੀ, ਭਾਵੇਂ ਗੱਲਾਂ ਵਿਅੰਗਮਈ ਲੱਗ ਰਹੀਆਂ ਨੇ ਪਰ ਅੱਜ ਵੀ ਤੇ ਸਾਨੂੰ ਸਿੱਖਿਆ ਦੇ ਰਿਹਾ ਨਾ ਗੁਰੂ। ਮਹਾਰਾਜ ਸਾਹਿਬ ਨੇ ਆਖਿਆ ਜਿਹੜੇ ਬਾਦਸ਼ਾਹ ਬਾਤ ਤੇ ਤੂੰ ਇੰਨਾ ਰੌਲਾ ਪਾਇਆ ਉਹਨੇ ਤੇਰੀ ਹਮਾਇਤ ਨਹੀਂ ਕਰਨੀ ਆ ਕੇ। ਅੱਜ ਵੀ ਕੋਈ ਕਿਸੇ ਦੇ ਪਿੱਛੇ ਥੋੜਾ ਖੜਦਾ, ਪਤਾ ਲੈ ਕੇ ਮੁੜ ਜਾਂਦੀ ਅਗਲੇ। ਜਿੰਦੀ ਲੱਤ ਟੁੱਟ ਗਈ ਪਤਾ ਤੇ ਉਹਨੂੰ ਆ ਨਾ।
ਜਾਂ ਕੋਈ ਹੋਰ ਨੁਕਸਾਨ ਹੋ ਗਿਆ ਪਰਿਵਾਰ ਦਾ, ਮੈਂ ਕਿਸੇ ਦੇ ਹੱਕ ਜਾਂ ਵਿਰੋਧ 'ਚ ਨਹੀਂ ਬੋਲ ਰਿਹਾ, ਸਿਰਫ ਗੁਰੂ ਘਰ ਦਾ ਪ੍ਰਚਾਰਕ ਹੋਣ ਦੇ ਨਾਤੇ ਆਪ ਜੀ ਨੂੰ ਬੇਨਤੀ ਕਰ ਰਿਹਾ ਵਾਂ। ਐਵੇਂ ਕਿਸੇ ਦੇ ਪਿੱਛੇ ਲਾ ਕੇ ਆਪਣੇ ਪਰਿਵਾਰਾਂ ਆਂਢ ਗੁਆਂਢ ਵਿੱਚ ਲੜਾਈਆਂ ਨਹੀਂ ਪਾਈਦੀਆਂ। ਹਰ ਬੰਦੇ ਦਾ ਆਪਣਾ ਕੋਈ ਟਿਕਾਣਾ ਜਿੱਥੇ ਜੁੜਿਆ ਠੀਕ ਆ। ਮਹਾਰਾਜ ਸੱਚੇ ਪਾਤਸ਼ਾਹ ਉਦੋਂ ਤੇ ਅੱਜ ਵੀ ਸਮਝਾ ਰਹੇ। ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਭਗਵਾਨ ਦਾਸ ਤੇਰੀ ਕਮਾਇਤ ਨਹੀਂ ਕਰਨੀ ਕਿਸੇ ਨੇ। ਲੋਕੀ ਐਵੇਂ ਉੱਤੋਂ ਗੱਲਾਂ ਕਰਦੇ ਹੁੰਦੇ ਆ ਵੀ ਅਸੀਂ ਤੇਰੇ ਨਾਲ ਆ, ਬਾਅਦ ਵਿੱਚ ਨਹੀਂ ਪੁੱਛਦਾ ਕੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਗਵਾਨ ਦਾਸ ਉਸ ਬਾਦਸ਼ਾਹ ਨੇ ਤੇਰੀ ਹਮਾਇਤ ਨਹੀਂ ਕਰਨੀ। ਬਾਦਸ਼ਾਹ ਤੇਰਾ, ਮਹਾਰਾਜ ਕਹਿੰਦੇ ਭਗਵਾਨ ਦਾਸ ਤੈਨੂੰ ਪੁੱਛਣਾ ਤੱਕ ਵੀ ਨਹੀਂ ਉਹਨੇ ਜੀ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਮੂਰਖ ਬੰਦੇ ਐਵੇਂ ਬਾਦਸ਼ਾਹ ਦੇ ਪਿੱਛੇ ਲਾ ਕੇ ਰੌਲਾ ਨਾ ਪਾ। ਬਾਦਸ਼ਾਹ ਦੇ ਪਿੱਛੇ ਲਾ ਕੇ ਤੂੰ ਆਪਣੇ ਜਾਨ ਗਵਾ ਬੈਠਣੀ ਗਏ ਜੀ। ਤੇ ਹੁਣ ਮਹਾਰਾਜ ਦੂਜਾ ਪੱਖ ਵੀ ਇਹਨੂੰ ਸਮਝਾ ਰਹੇ। ਵੇਖੋ ਗੁਰੂ ਹਰ ਪੱਖ ਤੋਂ ਸਮਝਾ ਰਹੇ। ਮਹਾਰਾਜ ਸਾਹਿਬ ਕਹਿੰਦੇ, ਭਗਵਾਨ ਦਾਸ ਜੇ ਤੂੰ ਇੱਥੇ ਲੜ ਪਿਆ ਤੇ ਸਿੱਖਾਂ ਨੇ ਤੇਰਾ ਕਤਲ ਕਰ ਦਿੱਤਾ, ਤੇਰੀ ਮੌਤ ਹੋ ਗਈ, ਤੇ ਮਗਰੋਂ ਤੇਰੇ ਕਰਕੇ ਬਾਦਸ਼ਾਹ ਸਾਡੇ ਨਾਲ ਲੜ ਵੀ ਪਵੇ ਜੇ। ਮਹਾਰਾਜ ਸਾਹਿਬ ਨੇ ਆਖਿਆ, ਜੇ ਤੇਰਾ ਕਰਕੇ ਬਾਦਸ਼ਾਹ ਸਾਡੇ ਤੇ ਚੜ੍ਹਾਈ ਵੀ ਕਰਕੇ ਆ ਜਾਵੇ ਜੀ, ਤੋਹੇ ਕਹਾ ਨਹੀਂ ਪ੍ਰਾਨਨ ਪਾਈ। ਮਹਾਰਾਜ ਨੇ ਆਖਿਆ, ਤੈਨੂੰ ਕੀ ਮਿਲੇਗਾ? ਮੰਨ ਕੇ ਚੱਲ ਭਗਵਾਨ ਦਾਸ, ਤੂੰ ਹੁਣ ਲੜ ਪਵੇਂ ਤੇ ਤੇਰੀ ਮੌਤ ਹੋ ਜਾਵੇ, ਤੇ ਤੇਰਾ ਕਰਕੇ ਮਗਰੋਂ ਬਾਦਸ਼ਾਹ ਸਾਡੇ ਨਾਲ ਲੜਾਈ ਕਰ ਲਵੇ, ਮਗਰੋਂ ਭਾਵੇਂ 50 ਲੜਾਈਆਂ ਹੋ ਜਾਣ, ਤੈਨੂੰ ਕੁਛ ਲੱਭਣਾ? ਤੂੰ ਤੇ ਉਹਨਾਂ ਚਿਰ ਨੂੰ ਚਲੇ ਜਾਣਾ ਦੁਨੀਆ ਤੋਂ। ਮਹਾਰਾਜ ਸਾਹਿਬ ਨੇ ਆਖਿਆ, ਮਗਰੋਂ ਤੈਨੂੰ ਕੁਛ ਨਹੀਂ ਮਿਲਣਾ ਭਗਵਾਨ ਦਾਸ, ਤੇਰੇ ਤੇ ਪ੍ਰਾਣਾਂ ਦਾ ਹੀ ਅੰਤ ਹੋ ਜਾਣਾ ਗਏ ਜੀ। ਸਤਿਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਭਗਵਾਨ ਦਾਸ ਇਹ ਜ਼ਮੀਨ ਨਾ ਮੈਂ ਲੈ ਜਾਣੀ ਆ ਨਾ ਤੂੰ ਲੈ ਜਾਣੀ, ਇੱਥੇ ਪਈ ਰਹਿਣੀ ਹੈ। ਕਿ ਭਗਵਾਨ ਦਾਸ ਇਹ ਭੂਮੀ ਇਸੇ ਜਗ੍ਹਾ ਤੇ ਪਈ ਰਹਿਣੀ ਗਏ ਜੀ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਧਰਤੀ ਕਿੰਨੇ ਕੁ ਛੱਡ ਕੇ ਚਲੇ ਗਏ ਆ, ਤੇਰੇ ਤੋਂ ਪਹਿਲਾਂ ਕਿੰਨੇ ਕੁ ਬੰਦੇ ਆਏ ਇੱਥੇ ਆਪਣਾ ਰਾਜ ਸਮਝਦੇ ਸੀ, ਚਲੇ ਗਏ, ਗਿਣਤੀ ਹੈਗੀ ਹੈ ਕੋਈ ਉਹਨਾਂ ਦੀ? ਮਹਾਰਾਜ ਸਾਹਿਬ ਨੇ ਆਖਿਆ, ਗਿਣਤੀ ਵੀ ਕੋਈ ਨਹੀਂ ਗਏ ਜੀ। ਸਤਿਗੁਰੂ ਹਰਗੋਬਿੰਦ ਸਾਹਿਬ ਨੇ ਤੇ ਇੱਥੋਂ ਤੱਕ ਆਖਿਆ, ਜੇ ਤੂੰ ਕਹਿਣਾ ਨਾ ਵੀ ਇਹ ਜ਼ਮੀਨ ਮੇਰੀ ਆ, ਤੇ ਮਹਾਰਾਜ ਨੇ ਆਖਿਆ ਤੇਰੀ ਰਹੂਗੀ, ਅਸੀਂ ਕਬਜ਼ਾ ਨਹੀਂ ਕਰਨ ਲੱਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਭਗਵਾਨ ਦਾਸ ਇਹ ਤੇਰੀ ਕੀ ਰਹੂਗੀ ਜੀ। ਬਸ ਸੱਚੇ ਪਾਤਸ਼ਾਹ ਨੇ ਆਖਿਆ ਵੀ ਅਸੀਂ ਸਾਲ ਬਾਅਦ ਆਇਆ ਕਰਨਾ ਵਾ, ਚਮਾਸੇ ਦੇ ਦਿਨਾਂ 'ਚ ਵੱਧ ਤੋਂ ਵੱਧ 1 ਮਹੀਨਾ ਰੁਕ ਜਾ ਕਰਾਂਗੇ, ਨਾ ਅਸੀਂ ਤੇਰਾ ਕੋਈ ਜਗ੍ਹਾ ਮਿਲਣੀ ਹੈ ਨਾ ਘਰ ਲੁੱਟਣਾ। ਸਾਲ ਬਾਅਦ ਆਉਣਾ ਹੈ ਤੇ 10-20 ਦਿਨ ਰਹਿਣਾ ਤੇ ਗਾਂ ਚਲੇ ਜਾਣਾ ਹੈ। ਮਹਾਰਾਜ ਸਾਹਿਬ ਨੇ ਆਖਿਆ, ਜ਼ਮੀਨ ਤੇਰੀ ਆ, ਤੇਰੀ ਰਹਿਣੀ ਆ, ਅਸੀਂ ਹਰ ਸਾਲ ਕੁਝ ਦਿਨ ਬਤੀਤ ਕਰਿਆ ਕਰਨੇ ਹਨ। ਬਾਦਸ਼ਾਹ ਨੇ ਇੱਥੋਂ ਤੱਕ ਆਖਿਆ, ਕਹਿਣ ਲੱਗੇ, ਜੇ ਤੂੰ ਕਹਿਣਾ ਨਾ ਮੈਂ ਮਾਲਕਾਂ ਤੇ ਜਾ ਆਪਣੀ ਮਾਲਕੀ ਬਣਾ ਕੇ ਰੱਖ ਇਹਦੇ ਤੇ, ਅਸੀਂ ਕਬਜ਼ਾ ਮੱਲਦੇ ਨਹੀਂ ਇਹਨੂੰ। ਮਹਾਰਾਜ ਸਾਹਿਬ ਨੇ ਆਖਿਆ, ਭਗਵਾਨ ਦਾਸ ਮਾਲਕੀ ਤੇਰੀ ਹੀ ਬਣੀ ਰਵੇਗੀ ਜੀ। ਸੱਚੇ ਪਾਤਸ਼ਾਹ ਨੇ ਆਖਿਆ, ਅਸੀਂ ਹੁਣ ਸਾਲ ਦਾ ਕਹਿ ਰਹੇ ਹਾਂ ਤੇ ਅੱਗੋਂ ਰੱਬ ਜਾਣਦਾ ਹੈ ਵੀ ਕਦੇ ਕਦਾਈ ਕੀ ਪਤਾ ਹੋਣਾ ਵਾ ਅਸੀਂ। ਮਹਾਰਾਜ ਸਾਹਿਬ ਜੀ ਨੇ ਇੱਥੋਂ ਤੱਕ ਆਖਿਆ। ਪਾਤਸ਼ਾਹ ਨੇ ਆਖਿਆ, ਕਦੀ ਅੱਜ ਦੇ ਆਏ ਕੀ ਪਤਾ ਮੁੜ ਕੇ ਆਉਣਾ ਹੈ ਕਿ ਨਹੀਂ ਆਉਣਾ। ਮਹਾਰਾਜ ਨੇ ਆਖਿਆ, ਸਬੱਬੀ ਸਾਡਾ ਗੇੜਾ ਲੱਗਣਾ ਕਹੇ ਦੀ। ਸਤਿਗੁਰੂ ਮਹਾਰਾਜ ਨੇ ਆਖਿਆ, ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਨਾ, ਤੇ ਬਸ ਤੈਨੂੰ ਅਸੀਂ ਇਹ ਕਹਿੰਦੇ ਵੀ ਟਾਲਾ ਕਰਦਾ ਹੁਣ, ਅਸੀਂ 10-20 ਦਿਨ ਰਹਿਣਾ, ਚਲੇ ਜਾਣਾ, ਮੁੜ ਕੇ ਭੱਜਾ ਫਿਰੀ ਇੱਥੇ। ਮਹਾਰਾਜ ਨੇ ਆਖਿਆ, ਭਗਵਾਨ ਦਾਸ ਆਪਣਾ ਟਾਲਾ ਹੀ ਕਰਦਾ, ਚੰਗੀ ਗੱਲ ਕਹੇ ਦੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਗਵਾਨ ਦਾਸ ਤੂੰ ਆਪਣੇ ਘਰ ਵਿੱਚ ਜਾ ਕੇ ਬਹਿ ਜਾਣਾ ਕਰ। ਹੁਣ ਜਿਹੜੀ ਮਹਾਰਾਜ ਨੇ ਅੱਗੇ ਉਦਾਹਰਣ ਦਿੱਤੀ ਹੈ ਨਾ, ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ। ਚਲੋ 2 ਮਿੰਟਾਂ 'ਚ ਆਪਾਂ ਸਮਾਪਤੀ ਕਰਦੇ ਹਾਂ। ਹਰ ਬੰਦੇ ਨੂੰ ਮਹਾਰਾਜ ਸਾਹਿਬ ਨੇ ਆਖਿਆ, ਭਗਵਾਨ ਦਾਸ ਅਸੀਂ ਤੈਨੂੰ ਕਿੰਨਾ ਕੁ ਚਿਰ ਖਿਮਾ ਕਰਾਂਗੇ ਭਲਾ? ਭਗਵਾਨ ਦਾਸ ਤੂੰ ਇੱਦਾਂ ਬੋਲੀ ਜਾਏਗਾ ਤੇ ਅਸੀਂ ਚੁੱਪ ਕਰੇ ਰਵਾਂਗੇ ਅੱਗੋਂ? ਭਲਾ ਅਸੀਂ ਤੈਨੂੰ ਕਿੰਨਾ ਕੁ ਚਿਰ ਮਾਫੀਆਂ ਦਿੰਦੇ ਰਵਾਂਗੇ ਜੀ। ਸਤਿਗੁਰੂ ਮਹਾਰਾਜ ਨੇ ਆਖਿਆ, ਜਿਹੜਾ ਬੰਦਾ ਹਰ ਵਾਰੀ ਮਾਫ ਕਰ ਦਿੰਦਾ ਨਾ, ਉਹ ਚੰਦਨ ਵਰਗਾ ਹੁੰਦਾ ਵਾ। ਬੜੀ ਇਕਾਗਰਤਾ ਨਾਲ ਸਮਝੋ। ਮਹਾਰਾਜ ਨੇ ਆਖਿਆ, ਹਰ ਵਾਰ ਤੂੰ ਗਲਤੀ ਕਰਕੇ ਫਿਰ ਮਾਫੀ ਮੰਗਦਾ, ਅਸੀਂ ਮਾਫ ਕਰ ਦਿੰਦੇ ਹਾਂ। ਹਰ ਵਾਰੀ ਮਾਫ ਕਰ ਦੇਣ ਵਾਲਾ ਬੰਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਚੰਦਨ ਵਰਗਾ ਹੁੰਦਾ ਗਏ ਜੀ। ਤੇ ਆਪਾਂ ਸਭਨਾਂ ਨੂੰ ਇਹ ਤੇ ਪਤਾ ਵਾ ਵੀ ਚੰਦਨ ਬੜਾ ਠੰਡਾ ਹੁੰਦਾ ਵਾ, ਗੁਣਕਾਰੀ ਹੁੰਦਾ ਏ, ਪਰ ਮਹਾਰਾਜ ਨੇ ਆਖਿਆ ਚੰਦਨ ਠੰਡਾ ਹੁੰਦਾ ਵਾ, ਇਸ ਗੱਲ ਦਾ ਤੇ ਪਤਾ ਵਾ। ਤੇ ਜੇ ਅਗਲਾ ਬੰਦਾ ਚੰਦਨ ਨੂੰ ਤੰਗ ਹੀ ਕਰੀ ਜਾਵੇ ਨਾ, ਚੰਦਨ ਨੂੰ ਘਸਾਈ ਜਾਵੇ, ਚੰਦਨ ਠੰਡਾ ਏ ਜੀ, ਘਸਾ ਦਿਆਂ। ਮਹਾਰਾਜ ਨੇ ਆਖਿਆ, ਜੇ ਆਪਾਂ ਵਾਰ-ਵਾਰ ਚੰਦਨ ਨੂੰ ਸਦਾ ਘਸਾਈ ਹੀ ਜਾਈਏ ਦੀ,
ਵਧੇ ਵਧੇ ਤੇ ਯਾਦ ਰੱਖ ਫਿਰ ਉਸ ਠੰਡਕ ਵਿੱਚੋਂ ਅੱਗ ਪੈਦਾ ਹੋ ਜਾਂਦੀ ਹੈ। ਚੰਦਨ ਠੰਡਾ ਹੁੰਦਾ, ਆਪਾਂ ਸਭਨਾਂ ਨੂੰ ਪਤਾ ਵਾ। ਇੱਥੋਂ ਤੱਕ ਮਹਾਰਾਜ ਨੇ ਬਾਣੀ ਚ ਆਖਿਆ ਵੀ ਚੰਦਨ ਨੂੰ ਸੱਪ ਲਿਪਟੇ ਰਹਿੰਦੇ ਆ, ਕਿਉਂਕਿ ਉਹਨਾਂ ਦੇ ਸਿਰ ਨੂੰ ਜ਼ਹਿਰ ਚੜਦਾ, ਉਹ ਦੁਖੀ ਕਰਦਾ ਹੈ। ਜਦੋਂ ਚੰਦਨ ਨੂੰ ਸੱਪ ਲਿਪਟਦੇ ਉਹਨਾਂ ਨੂੰ ਠੰਡਕ ਮਿਲਦੀ ਹੈ। ਮਹਾਰਾਜ ਸਾਹਿਬ ਨੇ ਆਖਿਆ ਚੰਦਨ ਠੰਡਾ। ਲੋਕ ਚਲੋ ਅੱਜ ਤੇ ਅਸੀਂ ਇਹਨੂੰ ਗਲਤ ਪਾਸੇ ਲੈ ਕੇ ਮੱਥੇ ਤੇ ਚੰਦਨ ਦਾ ਤਿਲਕ ਪਤਾ ਕਿਉਂ ਲਾਉਂਦੇ ਸੀ? ਪੁਰਾਣੇ ਸਮੇਂ ਵਿੱਚ ਵਿਦਿਆਰਥੀ ਰਾਤ ਵੇਲੇ ਆਪਣੇ ਮੱਥੇ ਤੇ ਚੰਦਨ ਦਾ ਤਿਲਕ ਲਾ ਲੈਂਦੇ ਸੀ। ਉਹ ਠੰਡਾ ਹੁੰਦਾ ਤੇ ਉਹਦੇ ਨਾਲ ਨੀਂਦ ਨਹੀਂ ਆਉਂਦੀ। ਉਹਨਾਂ ਪੜ੍ਹਨਾ ਹੁੰਦਾ ਸੀ ਨਾ ਲੰਬਾ ਸਮਾਂ, ਤਾਂ ਕਰਕੇ ਮਹਾਰਾਜ ਸਾਹਿਬ ਨੇ ਆਖਿਆ ਚੰਦਨ ਠੰਡਾ ਵਾ, ਪਰ ਜੇ ਕੋਈ ਲਗਾਤਾਰ ਘਸਾਈ ਜਾਵੇ ਤੇ ਫਿਰ ਅੱਗ ਵੀ ਨਿਕਲ ਆਉਂਦੀ ਹੈ। ਅਸੀਂ ਠੰਡੇ ਆ, ਤੂੰ ਹਰ ਵਾਰੀ ਗਲਤੀ ਕਰਕੇ ਮਾਫੀ ਮੰਗ ਲੈਣਾ, ਅਸੀਂ ਬਖਸ਼ ਦਿੰਦੇ ਆ, ਪਰ ਜੇ ਤੂੰ ਇੱਦਾਂ ਰੌਲਾ ਪਾਈ ਗਿਆ ਤੇ ਫਿਰ ਭਾਂਬੜ ਇੱਧਰੋਂ ਵੀ ਮਚ ਪੈਣਾ ਹੈ। ਮਹਾਰਾਜ ਸਾਹਿਬ ਨੇ ਆਖਿਆ ਵੀਰ ਰਸ ਫਿਰ ਇੱਧਰ ਵੀ ਪੈਦਾ ਹੋ ਜਾਏਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਅਗਲਾ ਬਚਨ ਆਖਿਆ ਦਾਰਨ ਕੇਖਰ ਕੋ ਕਿਮ ਛੀਰੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਉਹ ਭਗਵਾਨ ਦਾਸ ਇਹ ਯਾਦ ਰੱਖ, ਜੇ ਸ਼ੇਰ ਚੁੱਪ ਕਰਕੇ ਬੈਠਾ ਹੋਵੇ ਤੇ ਉਹਨੂੰ ਛੇੜੀਦਾ ਨਹੀਂ। ਮਹਾਰਾਜ ਸਾਹਿਬ ਨੇ ਆਖਿਆ ਸ਼ੇਰ ਜੇ ਚੁੱਪ ਕਰਕੇ ਬੈਠਾ ਹੋਵੇ ਉਹਨੂੰ ਜਾ ਕੇ ਪਰੇਸ਼ਾਨ ਨਹੀਂ ਕਰੀਦਾ ਜੀ, ਕਿਉਂਕਿ ਜੇ ਸ਼ੇਰ ਚੁੱਪ ਕਰਕੇ ਬੈਠਾ ਤੇ ਲੰਘ ਜਾਣਾ ਚਾਹੀਦਾ ਵਾ। ਐਵੇਂ ਨਹੀਂ ਸੋਚਣਾ ਚਾਹੀਦਾ ਮੇਰੇ ਤੋਂ ਡਰ ਕੇ ਬਹਿ ਗਏ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸ਼ੇਰ ਤਾਂ ਵੱਡੇ ਵੱਡੇ ਹਾਥੀਆਂ ਦਾ ਖਾਤਮਾ ਕਰਕੇ ਰੱਖ ਦਿੰਦਾ ਹੈ, ਉਹ ਤੇ ਵੱਡੇ ਵੱਡੇ ਗਜਰਾਜ ਖਤਮ ਕਰਕੇ ਰੱਖ ਦਿੰਦਾ ਕਿ ਜੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਤੂੰ ਹਾਥੀ ਵਰਗਾ ਨਹੀਂ, ਤੂੰ ਤੇ ਹਿਰਨ ਵਰਗਾ ਹੈ। ਇਧਰ ਗੁਰੂ ਕੇ ਸਿੱਖ ਸ਼ੇਰਾਂ ਵਰਗੇ। ਮਹਾਰਾਜ ਨੇ ਆਖਿਆ ਭਗਵਾਨ ਦਾਸ ਤੂੰ ਤੇ ਹਿਰਨ ਵਰਗਾ ਕਹਿੰਦੀ। ਸੱਚੇ ਪਾਤਸ਼ਾਹ ਨੇ ਆਖਿਆ ਤੈਨੂੰ ਤੇ ਗਰਜ ਦੀ ਲੋੜ ਆ। ਜਿਵੇਂ ਹਾਥੀ ਸ਼ੇਰ ਗਰਜ ਪਵੇ ਤੇ ਹਿਰਨ ਭੱਜ ਜਾਂਦੇ ਆ ਨਾ, ਜੇ ਸਿੱਖਾਂ ਨੇ ਉੱਚੀ ਜਕਾਰਾ ਵੀ ਛੱਡ ਦਿੱਤਾ ਤੂੰ ਤੇ ਗਿਆ। ਮਹਾਰਾਜ ਸਾਹਿਬ ਨੇ ਆਖਿਆ ਤੂੰ ਇੱਥੋਂ ਦੌੜ ਜਾਣਾ ਗਏ ਜੀ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਉਹ ਭਲੇ ਮਾਨਸਾ ਤੂੰ ਕੀ ਲੈਣਾ ਲੜਾਈ ਵਿੱਚੋਂ, ਸਾਡੀ ਬਾਦਸ਼ਾਹ ਨਾਲ ਲੜਾਈ ਆ ਤੇ ਤੂੰ ਆਪਣੇ ਘਰੇ ਜਾ ਕੇ ਬੈਠਣਾ ਕਰ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਅਖੀਰ ਵਾਲਾ ਬਚਨ ਆਖਿਆ ਵੀ ਜੇ ਤੂੰ ਇਦਾਂ ਹੀ ਕਰਦਾ ਰਿਹਾ ਨਾ ਤੇ ਭਗਵਾਨ ਦਾਸ ਫਿਰ ਬਾਦਸ਼ਾਹ ਨੇ ਤੇ ਨਾ ਬਾਦਸ਼ਾਹ ਦੀ ਫੌਜ ਨੇ ਆ ਕੇ ਛਡਾਉਣਾ ਤੈਨੂੰ। ਸਾਡਾ ਯੁੱਧ ਹੋ ਜਾਵੇ ਤੇ ਗੱਲ ਵੱਖਰੀ ਆ, ਪਰ ਜੇ ਤੂੰ ਇਦਾਂ ਹੀ ਕਰਦਾ ਰਿਹਾ ਤੇ ਨਾ ਬਾਦਸ਼ਾਹ ਨੇ ਹਲੀਮੀ ਭਰਨੀ ਤੇ ਨਾ ਬਾਦਸ਼ਾਹ ਦੇ ਸਿਪਾਹੀਆਂ ਨੇ। ਅਸੀਂ ਚੰਦਨ ਵਾਂਗ ਠੰਡੇ ਜ਼ਰੂਰ ਆ, ਹਰ ਕਿਸੇ ਨੂੰ ਠੰਡਕ ਦਈਦੀ ਆ, ਪਰ ਜੇ ਕੋਈ ਦੁਖੀ ਕਰੀ ਜਾਵੇ ਚੰਦਨ ਨੂੰ ਘਸਾਈ ਜਾਵੇ ਉਹਦੇ ਚੋਂ ਭਾਂਬੜ ਨਿਕਲਦਾ ਹੈ। ਮਹਾਰਾਜ ਨੇ ਆਖਿਆ ਵੀਰ ਆ ਸਾਡੇ ਅੰਦਰ ਵੀ ਪੈਦਾ ਹੋ ਜਾਂਦਾ ਹੈ, ਤੂੰ ਲਗਾਤਾਰ ਕਿੰਨੀ ਕੁ ਵਾਰ ਤੈਨੂੰ ਮਾਫ ਕਰਾਂਗੇ। ਇਹ ਗੱਲਾਂ ਗੁਰੂ ਹਰਗੋਬਿੰਦ ਸਾਹਿਬ ਨੇ ਭਗਵਾਨ ਦਾਸ ਘੇਰੜ ਨੂੰ ਆਖੀਆਂ। ਇਹਨਾਂ ਗੱਲਾਂ ਨੂੰ ਸੁਣ ਕੇ ਉਹ ਸਮਝਿਆ ਕਿ ਨਹੀਂ ਸਮਝਿਆ। ਇਸ ਤੋਂ ਅੱਗੇ ਕੀ ਹੋਇਆ ਗੁਰੂ ਸਾਹਿਬ ਦੀ ਕਿਰਪਾ ਕਰਨ ਆਪਾਂ ਕੱਲ ਦੇ ਦੀਵਾਨ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਅੱਜ ਆਪ ਜੀ ਨੇ ਇੰਨੀਆਂ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਕੋਟਾਨ ਕੋਟ ਸ਼ੁਕਰ ਹੈ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਤਰਸ ਕਰਕੇ ਆਪਣੇ ਦਰ ਘਰ ਦੇ ਬਚਨ ਆਪ ਕਰਵਾਏ ਨੇ। ਦਿਲ ਦੀਆਂ ਗਹਿਰਾਈਆਂ 'ਚੋਂ ਗੁਰੂ ਕੀ ਸੰਗਤ ਦਾ ਧੰਨਵਾਦ। ਆਪ ਜੀ ਨੇ ਬੜੇ ਪਿਆਰ ਅਦਬ ਤੇ ਸਤਿਕਾਰ ਨਾਲ ਗੁਰੂ ਘਰ ਦੇ ਬਚਨਾਂ ਨੂੰ ਸਰਵਣ ਕੀਤਾ ਹੈ। ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਤੇ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਸਵਾਗਤ ਹੈ। ਗੁਰੂ ਘਰ ਵੱਲੋਂ ਜੀ ਆਇਆਂ ਨੂੰ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।